सत श्री अकाल। तुसीं वेख रहे हो जगबानी टीवी ते मैं हाज़र हाँ हरिंदर बाजवा। ਅੱਜ 25 ਸਾਲਾਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਅਕਾਲੀ ਦਲ ਤੇ ਬੀਜੇਪੀ ਨੇ ਮੁੜ ਗੱਠਜੋੜ ਕੀਤਾ ਤੇ ਨਵੇਂ ਸਮੀਕਰਨ ਨੇ ਜਿਹੜੇ ਪੰਜਾਬ ਦੀ ਸਿਆਸਤ ਦੇ ਵਿੱਚ ਲਗਭਗ ਲੰਬੇ ਸਮੇਂ ਤੋਂ ਜਿਹੜੀ ਠੰਡੀ ਚੱਲੀ ਆ ਰਹੀ ਸਿਆਸਤ ਸੀ ਉਸ ਦੇ ਵਿੱਚ ਨਵੀਂ ਤੇਜ਼ੀ ਆਈ ਹੈ। ਨਵੇਂ ਸਮੀਕਰਨ ਉਚਪਤ ਹੋਏ ਨੇ। ਉਹਨਾਂ ਸਾਰੀਆਂ ਘਟਨਾਕ੍ਰਮ ਕੀ ਇਸ ਗੱਠਜੋੜ ਦੇ ਅਸਰ ਪੰਜਾਬ ਦੀ ਰਾਜਨੀਤੀ ਤੇ ਹੋਵੇਗਾ? ਕੀ ਇਹ ਗੱਠਜੋੜ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ किस तरह की कारकरदगी रखेगा? इन्होंने सारे सवालों के लिए गलबात करने लिए श्री गुरु नानक देव यूनीवर्सिटी के राजनीतिक शास्त्र के सीनियर प्रोफैसर डॉक्टर जगरूप सिंह सेखो साडे नाल मौजूद ने। उन्होंने तो जानना चाहांगे। डॉक्टर साहब तुहाडा स्वागत है जगबानी टीवी ते। डॉक्टर साहब पहली नज़रे इस गठजोड़ नूं किस तरह नाल देखा जाए, क्योंकि भाजपा नाल सी, बीजेपी नाल सी, अकाली दल लंबा समा रहा, ਜਿਹੜਾ ਵੋਟਾਂ ਦਾ ਸੰਤੁਲਨ ਸੀ ਸਿੱਖ ਤੇ ਹਿੰਦੂ ਵੋਟਾਂ ਦਾ ਅਕਾਲੀ ਦਲ ਉਹਨੂੰ ਕਰਨ ਦੇ ਵਿੱਚ ਕਾਮਯਾਬ ਰਿਹਾ, ਪਰ ਇਹ ਨਵੀਂ ਤਰ੍ਹਾਂ ਦਾ 1996 ਤੋਂ ਬਾਅਦ ਗੱਠਜੋੜ ਹੋਇਆ। ਤਾਂ ਕਿਸ ਤਰ੍ਹਾਂ ਨਾਲ ਦੇਖਿਆ ਜਾਵੇ ਇਸ ਗੱਠਜੋੜ ਨੂੰ ਪਹਿਲੀ ਦ੍ਰਿਸ਼ਟੀ ਦੇ ਅੰਦਰ? ਪਹਿਲੀ ਨਜ਼ਰ ਤਾਂ ਇਹ ਆ ਕਿ ਲੱਗਦਾ ਹੈ ਕਿ ਇਹ ਜਿਹੜੀ ਹੈਗੀ ਆ ਜਿਹਨੂੰ ਅਪਰਚੂਨਿਸਟਿਕ ਰਾਜਨੀਤੀ ਦਾ ਇਹ ਸਿਰਾ ਹੈ। ਇਹੋ ਜਿਹੇ ਗੱਠਜੋੜ ਜਿਹੜੇ ਹੁੰਦੇ ਆ, ਖਾਸ ਕਰਕੇ ਜਦੋਂ ਗੱਠਜੋੜ ਇਲੈਕਸ਼ਨ ਤੋਂ ਪਹਿਲਾਂ ਕੀਤੇ ਜਾਣ, ਜਿਹਦੇ ਵਿੱਚ ਵਿਚਾਰਧਾਰਾ ਦੀ ਕੋਈ ਸੁਮੇਲ ਨਹੀਂ ਹੈਗਾ ਇਹਦੇ ਵਿੱਚ, ਔਰ ਉਸ ਸਮੇਂ ਕੀਤੇ ਜਾਣ ਜਦੋਂ ਲੱਗਦਾ ਹੈ ਕਿ ਹੁਣ ਹੋਰ ਕਿਸੇ ਪਾਸੇ ਕੋਈ ਹੱਥ ਪੈਰ ਜਿਹੜਾ ਹੈਗਾ ਵਾ ਉਹ ਨਹੀਂ ਪੈਂਦਾ। ਪਹਿਲਾ ਸਵਾਲ ਤਾਂ ਇਹ ਉੱਠਦਾ ਵਾ ਕਿ ਕੀ ਗੱਠਜੋੜ ਜਿਹੜੇ 150 ਲੀਡਰ ਵਾ ਉਹਨਾਂ ਦਾ ਹੈ, ਜਾਂ ਗੱਠਜੋੜ ਜਿਹੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਫੋਲੋਅਰਸ ਹੈਗੇ ਆ, ਜਿਹੜੇ ਥੱਲੇ ਜਿਹਨੂੰ ਆਪਾਂ ਕਹਿੰਦੇ ਆ ਕਿ ਕਾਮੇ ਹੁੰਦੇ ਪੋਲੀਟੀਕਲ ਪਾਰਟੀਆਂ ਦੇ, ਜਿਹੜੇ ਪਿੰਡ ਦੇ ਪੱਧਰ ਦੇ ਹੁੰਦੇ ਆ, ਬੂਥ ਦੇ ਪੱਧਰ ਦੇ ਹੁੰਦੇ ਆ। ਕੀ ਇਹ ਪਹਿਲਾ ਸਵਾਲ ਤਾਂ ਉੱਠਦਾ ਕਿ ਇਹਨਾਂ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ ਨੇ ਜਾਂ ਇਹ ਪਾਰਟੀਆਂ ਨੇ ਕੀ ਉਹਨਾਂ ਨੂੰ ਕੌਨਫੀਡੈਂਸ ਲਿਆ? ਜੇ ਉਹਨਾਂ ਨੂੰ ਕੌਨਫੀਡੈਂਸ ਲਿਆ ਤਾਂ ਕਿਸ ਤਰੀਕੇ ਨਾਲ ਲਿਆ? ਕੀ ਕੋਈ ਉਹਨਾਂ ਦੀ ਕੋਈ ਮੀਟਿੰਗ ਕੀਤੀ ਹੈ? ਕੀ ਕੋਈ ਉਹਨਾਂ ਦੇ ਵਿੱਚੋਂ ਕੋਈ ਫੀਡਬੈਕ ਲਈ ਹੈ, ਜਾਂ ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਇਨਫੋਰਮੇਸ਼ਨ ਪਹਿਲਾਂ ਦਿੱਤੀ ਸੀਗੀ? ਤਾਂ ਇਸ ਕਰਕੇ ਅਜੇ ਮੈਨੂੰ ਮੇਰੇ ਖਿਆਲ ਸਾਨੂੰ ਬਹੁਤ ਜ਼ਿਆਦਾ ਐਕਸਾਈਟਿਡ ਹੋਣ ਦੀ ਲੋੜ ਇਸ ਕਰਕੇ ਨਹੀਂ ਹੈ ਕਿ ਦੋ ਪਾਰਟੀਆਂ ਇਕੱਠੀਆਂ ਹੋ ਗਈਆਂ, ਉਹਨਾਂ ਨੇ ਆਪਣਾ ਗੱਠਜੋੜ ਕਰ ਲਿਆ। ਔਰ ਸਾਨੂੰ ਪਤਾ ਹੈ ਕਿ ਜਿਹੜਾ ਸਾਡੇ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੇ ਸਟਰਕਚਰਲ ਕੰਟਰਾਡਿਕਸ਼ਨਸ ਹੈਗੀਆਂ, ਚਾਹੇ ਉਹ ਜਾਤ ਦੇ ਲੈਵਲ ਤੇ ਹੈਗੀਆਂ ਵਾ, ਚਾਹੇ ਉਹ ਥੋੜਾ ਬਹੁਤਾ ਪਹਿਲੇ ਸਮੇਂ ਦੇ ਵੀ ਧਰਮ ਦਾ ਤਾਂ ਇੰਨਾ ਮਸਲਾ ਨਹੀਂ ਹੈ, ਪਰ ਜਾਤ ਦੇ ਤੌਰ ਤੇ ਵੀ ਸਾਡੀਆਂ ਬਹੁਤ ਢਾਂਚਾਗਤ ਕ੍ਰਾਈਸਿਸ ਹੈਗਾ। ਹੁਣ ਇਹ ਦੋ ਪੋਲੀਟੀਕਲ ਪਾਰਟੀਆਂ ਦੋ ਵੱਖਰੀਆਂ ਆਈਡੀਓਲੋਜੀ ਨੂੰ ਜਿਹੜੀਆਂ ਰਿਪਰੈਜ਼ੈਂਟ ਕਰਦੀਆਂ, ਔਰ ਮੇਰਾ ਤਾਂ ਇਹੀ ਹੈਗਾ ਵੀ ਇਹ 'ਚ ਕਿੰਨੀ ਵਿਚਾਰਧਾਰਕ ਸਾਂਝ ਹੈ। ਗੱਠਜੋੜ ਉਹ ਜ਼ਿਆਦਾ ਕਾਮਯਾਬ ਹੁੰਦਾ ਵਾ ਜਿਹਦੇ ਵਿੱਚ ਕਿਸੇ ਨਾ ਕਿਤੇ ਵਿਚਾਰਕ ਸਾਂਝ ਹੋਵੇ। ਪਰ ਅਸੀਂ ਇਹ ਵੀ ਦੇਖਿਆ ਕਿ ਹੁਣ ਤੁਸੀਂ 25 ਸਾਲ ਪਹਿਲਾਂ ਪੁਰਾਣੀ ਗੱਲ ਕੀਤੀ, 25 ਸਾਲਾਂ ਦੇ ਵਿੱਚ ਬਹੁਤ ਸਾਰਾ ਰਾਜਨੀਤਿਕ ਪਾਣੀ ਜਿਹੜਾ ਵਾ ਪੁਲਾਂ ਦੇ ਥੱਲੇ ਦੀ ਲੰਘ ਜਾ ਚੁੱਕਾ ਹੈ। ਔਰ ਇਹਦੇ ਵਿੱਚ ਇਸ ਵੇਲੇ ਜਿਹੜੀ ਜਿਸ ਸਮੇਂ 'ਚ ਅਸੀਂ ਰਹਿ ਰਹੇ ਹਾਂ, 21ਵੀਂ ਸਦੀ 'ਚ ਰਹਿ ਰਹੇ ਹਾਂ, ਔਰ ਉਹਦਾ ਵੀ ਦੂਸਰਾ ਦਹਾਕਾ ਜਿਹੜਾ ਵਾ ਸ਼ੁਰੂ ਹੋ ਗਿਆ ਵਾ। ਉਹਦੇ ਵਿੱਚ ਜਿਹੜੀਆਂ ਲੋਕਾਂ ਦੀਆਂ ਉਮੀਦਾਂ ਹੈ, ਆਸਾਂ ਹੈ ਇਹਨਾਂ ਪੋਲੀਟੀਕਲ ਪਾਰਟੀਆਂ ਦੇ ਉੱਤੋਂ ਜਾਂ ਇਹਨਾਂ ਲੀਡਰਾਂ ਦੇ ਉੱਤੋਂ, ਉਹ 90s ਵਾਲੀਆਂ ਨਹੀਂ ਹੈਗੀਆਂ, ਬਹੁਤ ਅੱਗੇ ਲੰਘ ਚੁੱਕੀ ਹੈ। ਤਾਂ ਮੇਰਾ ਕਹਿਣ ਤੋਂ ਭਾਵ ਇਹ ਹੈਗਾ ਕਿ ਇਹੋ ਜਿਹੇ ਜਿਹੜੇ ਰਾਜਨੀਤਿਕ ਗੱਠਜੋੜ ਸਿਰਫ ਤੇ ਸਿਰਫ ਤਾਕਤ ਨੂੰ ਥਿਆਉਣ ਵਾਸਤੇ, ਕਿਉਂਕਿ ਏਜੰਡਾ ਕੀ ਬਣ ਗਿਆ? ਪੋਲੀਟੀਕਲ ਪਾਰਟੀਆਂ ਦਾ ਏਜੰਡਾ ਜਿਹੜਾ ਹੁੰਦਾ ਸੀ, ਜਾਂ ਰਾਜਨੀਤਿਕ ਲੀਡਰਾਂ ਦਾ ਏਜੰਡਾ ਕਿਸੇ ਸਮੇਂ ਜਿਹੜਾ ਖਾਸ ਕਰਕੇ ਆਜ਼ਾਦੀ ਤੋਂ ਬਾਅਦ ਦਾ ਸਮਾਂ ਲੈ ਲਈਏ, ਉਹਦੇ ਹੁੰਦਾ ਸੀ ਯਾਰ ਕੋਈ ਉਹਨਾਂ ਦੇ ਸਾਹਮਣੇ ਆਬਜੈਕਟ ਹੁੰਦੇ ਸੀ, ਅਸੀਂ ਲੋਕਾਂ ਦਾ ਭਲਾ ਕਰਨਾ ਵਾ, ਲੋਕਾਂ ਦੀ ਪੋਲੀਟੀਕਲ ਮੋਬਿਲਾਈਜੇਸ਼ਨ ਕਰਨੀ ਆ, ਉਹਨਾਂ ਦੀ ਕੋਈ ਵੈਲਫੇਅਰ ਕਰਨੀ ਆ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪੋਲੀਟੀਕਲ ਪ੍ਰੋਸੈਸ ਇਨਵੋਲਵ ਕਰਨਾ। ਹੁਣ ਤੁਸੀਂ ਦੇਖਿਆ ਵੀ ਇਹ ਸਾਰੇ ਏਜੰਡੇ ਜਿਹੜੇ ਹੈਗੇ ਆ ਕਿ ਅਸੀਂ ਜਿਹੜੀ ਅਗਲੀ 2022 ਦੇ ਵਿੱਚ ਜਿਹੜੀਆਂ ਚੋਣਾਂ ਆਉਣ ਵਾਲੀਆਂ ਉਹ 'ਚ ਤਾਕਤ ਦੇ ਵਿੱਚ ਕਿੱਦਾਂ ਆਉਣਾ? ਬਈ ਤਾਕਤ ਦੇ ਵਿੱਚ ਤਾਂ ਇਹ ਪਾਰਟੀਆਂ ਪਹਿਲਾਂ ਵੀ ਬਹੁਤ ਲੰਮਾ ਸਮਾਂ ਰਹਿ ਚੁੱਕੀਆਂ ਵਾ। ਉਦੋਂ ਇਹਨਾਂ ਨੇ ਜਿਹੜਾ ਜਦੋਂ ਤਾਕਤ ਦੇ ਵਿੱਚ ਸੀਗਾ, ਕੀ ਇਹੋ ਜਿਹਾ ਕੰਮ ਕੀਤਾ ਵਾ ਕਿ ਇਹਨਾਂ ਲੋਕਾਂ ਵਾਸਤੇ, ਚਾਹੇ ਉਹ ਅਕਾਲੀ ਦਲ ਦੇ ਪੈਰੋਕਾਰ ਹੋਣ, ਚਾਹੇ ਬਹੁਜਨ ਸਮਾਜ ਪਾਰਟੀ ਦੇ ਪੈਰੋਕਾਰ ਹੋਣ। ਦੂਸਰੀ ਗੱਲ ਹੈਗੀ ਕਿ ਇਸ ਸਮੇਂ ਦੇ ਵਿੱਚ ਤੁਸੀਂ ਦੇਖੋ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ, ਮੈਂ ਇਹਦੀ ਨਹੀਂ ਗੱਲ ਕਰਦਾ, ਕਿੰਨੇ ਵੱਡੇ ਕ੍ਰਾਈਸਿਸ ਦੇ ਵਿੱਚੋਂ ਨਿਕਲ ਰਹੀਆਂ ਵਾ, ਕਿੰਨਾ ਲੀਡਰਸ਼ਿਪ ਕ੍ਰਾਈਸਿਸ ਉਹਨਾਂ ਦੇ ਵਿੱਚੋਂ, ਔਰ ਅਕਾਲੀ ਦਲ ਦਾ ਤਾਂ ਕ੍ਰਾਈਸਿਸ ਸਾਰਿਆਂ ਦੇ ਵਿੱਚ ਜਗਜਾਰ ਹੈ ਕਿ ਕਿਸ ਤਰੀਕੇ ਨਾਲ ਪਿਛਲੇ ਸਮੇਂ ਦੇ ਵਿੱਚ ਵੋਟ ਸ਼ੇਅਰ ਬਹੁਤ ਥੱਲੇ ਆਇਆ ਵਾ। 14 ਦੇ ਵਿੱਚ ਇਹ ਆਲਮੋਸਟ ਆਮ ਆਦਮੀ ਪਾਰਟੀ ਦੇ ਬਰਾਬਰ ਤੇ ਆ ਗਈ ਸੀਗੀ। 17 ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਸਟੇਟ ਲੈਜਿਸਲੇਟਿਵ ਅਸੈਂਬਲੀ ਤੋਂ ਅੱਗੇ ਨਿਕਲ ਗਈ ਆ, ਤੇ ਉਸ ਤੋਂ ਬਾਅਦ ਕਿੰਨੇ ਲੀਡਰ ਛੱਡ ਕੇ ਚਲੇ ਗਏ ਆ। ਤਾਂ ਮੈਨੂੰ ਨਹੀਂ ਪਤਾ ਇੱਥੋਂ ਲੱਗਦਾ ਕਿ ਇਹ ਬਹੁਤ ਵੱਡਾ ਕੋਈ ਮਾਰਕਾ ਜਿਹੜਾ ਹੈਗਾ 2022 ਦੇ ਵਿੱਚ ਠੀਕ ਆ ਇਲੈਕਸ਼ਨਾਂ ਦੇ ਵਿੱਚ ਕਰ ਸਕਣਗੇ। ਹਾਂ, ਇਸ ਵੇਲੇ ਕਿਉਂਕਿ ਨਿਊਜ਼ਪੇਪਰ ਦਾ ਹੈਡਿੰਗ ਵੀ ਬਣ ਗਈਆਂ, ਡਿਸਕਸ਼ਨ ਵੀ ਆਪਾਂ ਕਰ ਰਹੇ ਹਾਂ। ਰਾਜਨੀਤੀ 'ਚ ਕਦੀ 2+2 4 ਨਹੀਂ ਹੁੰਦੇ। ਇਹ ਨਹੀਂ ਹੁੰਦਾ ਕਿ ਤੁਸੀਂ ਆਹ ਵਿਚਾਰਧਾਰਾ ਨੂੰ ਮਿਲਾ ਦਿਓ ਦੂਜੀ, ਕਿਉਂਕਿ ਬਹੁਤ ਸਿਆਣੇ ਹੋ ਗਏ ਹੈ, ਵੈਰੀ
particularly very confident and proud of ਜਿਹੜਾ ਨਵੀਂ ਯੰਗ ਪੀੜ੍ਹੀ ਹੈ ਜੀ ਉਹਨਾਂ ਦੀ ਪੋਲੀਟੀਕਲ ਸਮਝ ਦੇ ਉੱਤੇ, ਉਹਨਾਂ ਦੇ ਜਿਹੜੇ ਰਾਜਨੀਤਿਕ ਜਿਹੜਾ ਵਿਚਾਰਾਂ ਦੇ ਉੱਤੇ, ਔਰ ਖਾਸ ਕਰਕੇ ਜਿਸ ਕਿਸਮ ਦੀ ਤਰਾਸਦੀ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ, ਖਾਸ ਕਰਕੇ ਕਰੋਨਾ ਦੀ ਗੱਲ ਹੈ, ਕਿਸਾਨਾਂ ਦਾ ਸੰਕਟ ਹੈ, ਉਹਨਾਂ ਦੇ ਵਿੱਚ ਇਹ ਪੋਲੀਟੀਕਲ ਪਾਰਟੀਆਂ ਦਾ ਕੀ ਰੋਲ ਰਿਹਾ, ਕੀ ਪੋਜ਼ਿਟਿਵ ਰੋਲ ਰਿਹਾ ਵੀ ਇਹ ਇਕੱਠੇ ਹੋ ਜਾਣਗੇ ਤੇ ਲੋਕੀ ਇਹਨਾਂ ਨੂੰ ਵੋਟਾਂ ਪਾ ਦੇਣਗੇ। ਸੋ ਮੈਨੂੰ ਲੱਗਦਾ ਵੀ ਇਹ ਕੋਈ ਬਹੁਤ ਵੱਡੀ ਐਜ਼ ਏ ਰਾਜਨੀਤਿਕ ਜਿਹੜਾ ਹੈਗਾ, ਰਾਜਨੀਤੀ ਦੇ ਵਿਦਿਆਰਥੀ ਦੇ ਤੌਰ ਤੇ ਮੈਂ ਕਹਿ ਸਕਦਾ ਵੀ ਮੇਰੇ ਲਈ ਘੱਟੋ ਘੱਟ ਕੋਈ ਬਹੁਤ ਵੱਡੀ ਇਵੈਂਟ ਨਹੀਂ ਹੈ, ਸਵਾਏ 2-4 ਦਿਨ ਜਿਹੜਾ ਵਾ ਉਹਦੇ ਵਿੱਚੋਂ ਹੈਡਲਾਈਨਸ ਬਣ ਗਈਆਂ। ਉਸ ਤੋਂ ਬਾਅਦ ਜਿਹੜਾ ਹੋਰ ਪੋਲੀਟੀਕਲ ਪਾਰਟੀਆਂ ਵੀ ਇਸੇ ਪਾਸੇ ਤੁਰਨਗੀਆਂ। ਕਾਂਗਰਸ ਵੀ ਕੱਲ੍ਹ ਨੂੰ ਕਹੂਗੀ ਵੀ ਹੋਰ ਛੋਟੀਆਂ ਮੋਟੀਆਂ ਨੂੰ ਹੋ ਸਕਦਾ ਲੈਫਟ ਪਾਰਟੀ ਦੇ ਨਾਲ ਕਰ ਲਈਏ, ਹੋਰ ਦੂਸਰੇ ਨਾਲ ਕਰ ਲਈਏ, ਜਾਂ ਆਮ ਆਦਮੀ ਪਾਰਟੀ ਵੀ ਜਿਹੜੀ ਕਿਸ ਸਮਝ ਕਹਿੰਦੀ ਸੀ ਕਿ ਮੈਂ ਇਕੱਲੇ ਅੱਗੇ ਜਾਣਾ ਵਾ, ਉਹ ਸੋਚੇ। ਤਾਂ ਜਿਹੜੀ ਗੱਠਜੋੜ ਦੀ ਰਾਜਨੀਤੀ ਹੈਗੀ ਆ, ਜਿਹੜੀ ਖਾਸ ਕਰਕੇ ਕਿਸੇ ਪ੍ਰਿੰਸੀਪਲ ਦੇ ਬੇਸ ਨਹੀਂ ਹੈ, ਇਹ ਰਾਜਨੀਤੀ ਵਾਸਤੇ ਵੀ ਬਹੁਤ ਠੀਕ ਨਹੀਂ ਹੈ। ਔਰ ਖਾਸ ਕਰਕੇ ਜਿਹੜੇ ਆਮ ਸਧਾਰਨ ਜਨਤਾ ਹੈਗੀ ਆ, ਵੱਡੀ ਗਿਣਤੀ ਦੇ ਵਿੱਚ ਜਨਤਾ ਜਿਹੜੀ ਆ, ਉਹ ਕਿਉਂਕਿ ਇਹੋ ਜਿਹੀ ਰਾਜਨੀਤੀ ਦਾ ਉਹਨਾਂ ਲੋਕਾਂ ਦੇ ਮਸਲਿਆਂ ਨਾਲ ਕੋਈ ਸਰੋਕਾਰ ਨਹੀਂ ਹੁੰਦਾ। ਡਾਕਟਰ ਸਾਹਿਬ, ਤੁਹਾਡੇ ਸਵਾਲ ਜਵਾਬ 'ਚ ਇੱਕ ਦੂਜਾ ਸਵਾਲ ਉਪਜਿਆ, ਕਿਉਂਕਿ ਅਕਾਲੀ ਦਲ ਤੇ ਭਾਜਪਾ ਵੀ ਇੱਕ ਸਮੇਂ ਇਕੱਠੇ ਰਹੇ ਨੇਗੇ, ਦੋਨਾਂ ਦੀ ਵਿਚਾਰਧਾਰਾ ਵੀ ਵੱਖੋ ਵੱਖਰੀ ਰਹੀ ਹੈ। ਅਕਾਲੀ ਦਲ ਫੈਡਰਲ ਸਟਰਕਚਰ ਦੀ ਗੱਲ ਕਰਦਾ ਸੀ, ਅਕਾਲੀ ਦਲ ਪੰਜਾਬੀ ਸੂਬੇ ਦੀ ਗੱਲ ਕਰਦਾ ਸੀ, ਜਾਂ ਇਸ ਤਰ੍ਹਾਂ ਦੀਆਂ ਹੋਰ ਸੈਕੂਲਰਿਜ਼ਮ ਦੀ ਗੱਲ ਕਰਦਾ ਸੀ। ਉਸਦੇ ਜੇ ਬਰਕਸ ਦੇਖਿਆ ਜਾਵੇ ਤਾਂ ਭਾਜਪਾ ਕੇਂਦਰੀਵਾਦ ਦੀ ਗੱਲ ਕਰਦੀ ਹੈ, ਸਾਰੇ ਅਧਿਕਾਰ ਕੇਂਦਰ ਕੋਲ ਨੇ, ਇੱਕ ਵਿਸ਼ੇਸ਼ ਵਰਗ ਨੂੰ ਉਹ ਲੁਭਾਉਣ ਦੀ ਕੋਸ਼ਿਸ਼ ਕਰਦੀ। ਉਹਨਾਂ ਦਾ ਲੰਬਾ ਸਮਾਂ ਚੱਲ ਚੁੱਕਿਆ ਜਿਹੜਾ ਗੱਠਜੋੜ ਸੀਗਾ, ਉਸ ਨੂੰ ਕਿਸ ਫਿਰ ਤੁਹਾਡੇ ਜੇ ਇਸ ਪ੍ਰਸ਼ਨ ਜਵਾਬ ਤੋਂ ਬਾਅਦ ਦੇਖਿਆ ਜਾਵੇ, ਕਿਉਂਕਿ ਜੋ ਇਤਿਹਾਸ ਨੂੰ ਵੀ ਜੋੜਦੀ ਹੈ। ਇਹ ਮੈਰਿਜ ਆਫ ਕਨਵੀਨੀਅੰਸ ਸੀ। ਅਕਾਲੀ ਦਲ ਤੇ ਇਧਰ ਦੱਸਣ ਡਿਆ ਵੀ ਢਾਂਚਾਗਤ ਇਹਨਾਂ ਦੀਆਂ ਕੰਟਰਾਡਿਕਸ਼ਨਸ ਹੈਗੀਆਂ ਵਾ। ਇਹ ਉਹ ਹੈਗਾ ਸੀ ਕਿ ਹਿੰਦੂਆਂ ਦੀ ਵੋਟ ਕਿਹੜਾ ਲੈ ਲਊਗਾ, ਤੇ ਉਹ ਕਹੂਗਾ ਵੀ ਪੀਜ਼ੈਂਟਰੀ ਸਿੱਖਾਂ ਦੀ ਵੋਟ ਕੌਣ ਲੈ ਲਊਗਾ। ਇਹਨਾਂ ਦਾ ਜਿਹੜਾ ਸਾਰਾ ਜਿਸ ਕਿਸਮ ਦਾ ਜਿਹੜਾ ਸਾਰਾ ਵਰਤਾਰਾ ਰਿਹਾ ਹੈ 97 ਤੋਂ ਬਾਅਦ ਸ਼ੁਰੂ ਹੋਇਆ। ਇਹਨਾਂ ਨੇ 97 ਚ ਇਲੈਕਸ਼ਨ ਲੜੀ, ਉਦੋਂ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ। ਉਸ ਜਿੱਤ ਦਾ ਕਾਰਨ ਜਿਹੜਾ ਸੀ ਖਾਸ ਕਰਕੇ ਬੇਅੰਤ ਸਿੰਘ ਦੇ ਰਜੀਮ ਦੇ ਵਿੱਚ ਜਿਹੜੀਆਂ ਖਾਸ ਕਰਕੇ ਪੁਲਿਸ ਐਕਸੈਸ ਸੀਗੀਆਂ, ਹਿਊਮਨ ਰਾਈਟਸ ਵਾਇਲੇਸ਼ਨ ਸੀ, ਔਰ ਉਸ ਸਮੇਂ ਦੇ ਵਿੱਚ ਕਰਪਸ਼ਨ ਬਹੁਤ ਜ਼ੋਰਾਂ ਦੇ ਉੱਤੇ ਸੀ, ਕਿਉਂਕਿ ਸਟੇਟ ਦੀ ਕੋਈ ਅਕਾਊਂਟੇਬਿਲਿਟੀ ਨਹੀਂ ਸੀਗੀ। ਉਸ ਸਟੇਟ ਦੀ ਨਾਨ ਅਕਾਊਂਟੇਬਿਲਿਟੀ ਜਿਹੜੀ ਅੱਤਵਾਦ ਦੇ ਸਮੇਂ ਦੇ ਵਿੱਚ ਜੋ ਵਰਤਾਰਾ ਸਟੇਟ ਦਾ ਸੀਗਾ, ਉਹ ਵੀ ਅੱਗੇ ਤੱਕ ਚੱਲਦਾ ਆਇਆ। ਇਹ 2002 ਦੇ ਵਿੱਚ ਇਲੈਕਸ਼ਨ ਹਾਰੇ ਆ, 7 ਦੇ ਵਿੱਚ ਫਿਰ ਇਕੱਠੇ ਹੋ ਕੇ ਇਲੈਕਸ਼ਨ ਜਿੱਤ ਲਿਆ, 12 ਜਿਹਨਾਂ ਨੇ ਫਿਰ ਜਿੱਤ ਲਿਆ। ਪਰ ਮੇਰਾ ਕਹਿਣ ਤੋਂ ਭਾਵ ਇਹ ਹੈਗਾ ਕਿ ਇਹ ਸਾਰਾ ਕੋਈ ਇਹਨਾਂ ਦੀ ਕੋਈ ਬਚਾਅ, ਹੁਣ ਕਹਿ ਦਈਏ ਕਿ ਅਕਾਲੀ ਦਲ ਕਿੰਨਾ ਕੁ ਜਿਹੜਾ ਹੈਗਾ ਵਾ ਜਿਹੜੇ ਰਾਜਾਂ ਦੇ ਅਧਿਕਾਰਾਂ ਦਾ ਜਿਹੜਾ ਹੈਗਾ ਉਹ ਆਪਣਾ ਹਾਮੀ ਆ। 370 ਹੋਈ ਆ, ਉੱਥੇ ਕੀ ਰੋਲ ਸੀ ਜਿਹੜਾ ਹੈਗਾ ਸੀ, ਆ ਜਿਹੜੇ ਕਾਨੂੰਨ ਬਣੇ ਆ ਕਿਸਾਨਾਂ ਦੇ, ਉਹਦੇ ਵਿੱਚ ਉਹ ਹਿੱਸੇਦਾਰ ਸੀਗੇ। ਐਂਟੀ ਸੀਏ ਮੂਵਮੈਂਟ ਦੇ ਵਿੱਚ ਇਹਨਾਂ ਦਾ ਕਿੱਥੇ ਰੋਲ ਸੀਗਾ? ਕਦੀ ਵੀ ਇਹਨਾਂ ਨੇ, ਮੈਨੂੰ ਨਹੀਂ ਲੱਗਦਾ ਕਿ ਰੀਜਨਲ ਪਾਰਟੀਆਂ ਜਿਹੜੀਆਂ ਹੈਗੀਆਂ ਖਾਸ ਕਰਕੇ ਜਿਹੜੀਆਂ ਇਹ ਹੈਗੀਆਂ ਕਿ ਇੱਕ ਦੀ ਰਾਜਾਂ ਦੀ ਗੱਲ ਕਰਦੇ ਆ ਜਾਂ ਲੋਕਾਂ ਦੀ ਗੱਲ ਕਰਦੇ ਆ। ਇਹਨਾਂ ਨੂੰ ਤਾਂ ਸਿਰਫ ਆਪਣੀ ਤਾਕਤ ਜਾਂ ਆਪਣਾ ਜਿਹੜਾ ਕੁਨਬਾ ਹੈਗਾ ਉਹਨੂੰ ਰੱਖਣ ਦੀ ਲੋੜ ਆ। ਸੇਮ ਇਜ਼ ਵਿਦ ਦਾ ਬੀਜੇਪੀ। ਸੋ ਕਹਿਣ ਤੋਂ ਭਾਵ ਹੈਗਾ ਕਿ ਇਹ ਜਿੰਨਾ ਚਿਰ ਚੱਲਦਾ ਰਿਹਾ ਕੰਮ ਚੱਲਦਾ ਰਿਹਾ, ਪਰ ਮੈਨੂੰ ਇਹ ਅਸੀਂ ਦੇਖਿਆ ਪਹਿਲੇ ਸਮੇਂ ਦੇ ਵਿੱਚ ਹੁਣ ਲੋਕੀ ਜਿਹੜੇ ਵੋਟਾਂ ਸਿਰਫ ਇਸ ਕਰਕੇ ਨਹੀਂ ਪਾਉਂਦੇ ਵੀ ਹਿੰਦੂ ਜਿਹੜਾ ਉਹ ਬੀਜੇਪੀ ਨੂੰ ਪਾ ਦੂਗਾ, ਜਾਂ ਜਿਹੜਾ ਸਿੱਖ ਜਿਹੜਾ ਹੈਗਾ ਵਾ ਉਹ ਅਕਾਲੀਆਂ ਨੂੰ ਪਾ ਦੂਗਾ। ਪਿਛਲੀਆਂ ਤੁਸੀਂ 12 ਦੀਆਂ 17 ਦੀਆਂ 7 ਦੀਆਂ ਇਲੈਕਸ਼ਨਾਂ ਵੇਖ ਲਓ, ਹੁਣ ਮੁੱਦਿਆਂ ਦੀ ਗੱਲ ਆਉਂਦੀ ਆ। ਇਹ ਠੀਕ ਆ ਕਿ ਇਹਦੇ ਵਿੱਚ ਥੋੜਾ ਬਹੁਤਾ ਫਰਕ ਪੈਂਦਾ ਵਾ, ਸਾਡੇ ਬਹੁਤ ਕੰਪੀਟੀਸ਼ਨ ਹੋ ਜਾਂਦਾ। ਤਾਂ ਮੇਰਾ ਕਹਿਣ ਤੋਂ ਭਾਵ ਇਹ ਹੈਗਾ ਕਿ ਪਹਿਲਾਂ ਤੁਸੀਂ ਹਿੰਦੂਆਂ ਨੂੰ ਨਾਲ ਲੈ ਕੇ ਚੱਲਦੇ ਸੀ, ਹੁਣ ਦਲਿਤਾਂ ਨੂੰ ਨਾਲ ਲੈ ਕੇ ਚੱਲਦੇ ਹੋ। ਮੈਂ 3-4 ਦਿਨ ਪਹਿਲਾਂ ਪੰਜਾਬੀ ਟ੍ਰਿਬਿਊਨ 'ਚ ਆਰਟੀਕਲ ਵੀ ਲਿਖਿਆ ਸੀਗਾ, ਦਲਿਤ ਸਮਾਜ ਰਾਜਨੀਤੀ ਤੇ 2022 ਦੀਆਂ ਇਲੈਕਸ਼ਨ। ਜਿਹੜੇ ਦਲਿਤ ਭਾਈਚਾਰਾ ਹੈਗਾ ਉਹ ਯੂਨਾਈਟਿਡ ਕਿੱਥੇ ਹੈਗਾ? ਬੀਐਸਪੀ ਦੇ ਵਿੱਚ ਤੁਸੀਂ ਦੇਖੋ ਨਾ, ਜਿਹੜਾ ਖਾਸ ਕਰਕੇ ਡੋਮੀਨੈਂਟ ਜਿਹੜੀਆਂ ਸਾਡੀਆਂ ਦਲਿਤ ਭਾਈਚਾਰੇ ਦੇ ਵਿੱਚ ਉਹ ਬੀਜੇਪੀ ਦੇ ਮੈਂਬਰ ਨਹੀਂ ਹੈਗੇ ਉਹਦੇ ਵਿੱਚ, ਉਹ ਕਾਂਗਰਸ ਵਾਲੇ ਪਾਸੇ ਵਾਲ ਵੀ ਆ, ਅਕਾਲੀਆਂ ਵਾਲੇ ਪਾਸੇ ਵਾਲ ਵੀ ਆ। ਹੁਣ ਬੀਐਸਪੀ ਨੂੰ ਤੁਸੀਂ ਕਹ ਦਿਓ ਵੀ ਉਹ ਸਾਰੇ ਦਲਿਤਾਂ ਨੂੰ ਰਿਪਰੈਜ਼ੈਂਟ ਕਰਦੀ ਆ, ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਨਾ ਉਹਨਾਂ ਕੋਲ ਕੋਈ ਇਦਾਂ ਦਾ ਵੋਟ ਬੈਂਕ ਹੈਗਾ। ਇਹ ਲੀਡਰ ਹੈ ਜਿਨ੍ਹਾਂ ਦੇ ਨਾਂ ਤੁਸੀਂ ਸੁਣ ਰਹੇ ਹੋ, ਆ ਰਹੇ ਹੋ, ਮੈਨੂੰ ਨਹੀਂ ਲੱਗਦਾ ਕਿ ਲੋਕਾਂ 'ਚ ਜਾ ਕੇ ਕਿੰਨਾ ਕੁ ਸਟਰਗਲ ਕਰਦੇ ਆ ਮੁੱਦਿਆਂ ਦੇ ਉੱਤੇ, ਚਾਹੇ ਉਹ ਤੇਲ ਦਾ ਮੁੱਦਾ ਹੈ, ਬੇਰੁਜ਼ਗਾਰੀ ਦਾ ਮੁੱਦਾ ਹੈ, ਸਰਕਾਰ ਦੀਆਂ ਵਧੀਕੀਆਂ ਦਾ ਮੁੱਦਾ ਹੈ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਇਹ ਜਿਹੜੇ ਇਸ ਕਿਸਮ ਦੇ, ਮੈਂ ਤੁਹਾਨੂੰ ਇਹ ਵੀ ਕਹੂੰਗਾ ਕਿ ਮੈਨੂੰ ਤੇ ਲੱਗਦਾ ਵੀ ਇਹ ਬਹੁਤੇ ਬੇਤਾਲ ਜੇ ਬੇਸੁਰੇ ਜੇ ਲੱਗਦਾ ਹੈ ਕਿ ਨਿਊਜ਼ ਦੇ ਵਿੱਚ ਰਹਿਣ ਵਾਸਤੇ, ਜਾਂ ਲੱਗਦਾ ਹੈ ਕਿ ਇਹਦੇ ਨਾਲ ਸਾਡੀ ਬੇੜੀ ਪਾਰ ਹੋ ਜਾਊਗੀ। ਇਸ ਕਿਸਮ ਦਾ ਗਠਬੰਧਨ ਜਿਹੜਾ ਵਾ, ਕਿਉਂਕਿ 96 ਛੱਡਤਾ ਸੀ ਅਕਾਲੀ ਦਲ ਨੇ, 97 ਜਿਹੜੀ ਬੀਐਸਪੀ ਸੀਗੀ, ਇਹ ਅਕਾਲੀ ਦਲ ਜਿਹੜਾ ਮਾਨ ਸੀਗਾ ਉਹਦੇ ਨਾਲ ਸਮਝੌਤਾ ਕੀਤਾ ਸੀਗਾ, ਸਿਰਫ ਉਹਨੂੰ 1 ਸੀਟ ਮਿਲੀ ਸੀਗੀ। 92 ਦੇ ਵਿੱਚ ਠੀਕ ਆ ਪ੍ਰਿੰਸੀਪਲ ਆਪੋਜੀਸ਼ਨ ਪਾਰਟੀ ਸੀ, ਕਿਉਂਕਿ ਅਕਾਲੀ ਦਲ ਨੇ ਇਲੈਕਸ਼ਨ ਨਹੀਂ ਸੀ ਲੜੀ ਉਹਦੇ ਵਿੱਚੋਂ, ਔਰ ਉਸ ਤੋਂ ਬਾਅਦ ਤੁਸੀਂ ਕਿਤੇ ਇੱਕ ਵੀ ਸੀਟ ਜਿਹੜੀ ਆ ਇਹਨਾਂ ਨੂੰ ਉਹਦੇ ਵਿੱਚੋਂ ਪ੍ਰਾਪਤ ਨਹੀਂ ਹੋਈ। ਇਹਨਾਂ ਦਾ ਹੌਲੀ ਹੌਲੀ ਸ਼ੇਅਰ ਖਿਸਕਦਾ ਚਲਾ ਗਿਆ। 2017 ਦੀਆਂ ਚੋਣਾਂ ਦੇ ਵਿੱਚ
ਜਿਹੜੇ ਦਲਿਤ ਭਾਈਚਾਰੇ ਦੇ ਵਿੱਚ ਸਭ ਤੋਂ ਜ਼ਿਆਦਾ ਵੋਟ ਸ਼ੇਅਰ ਜਿਹੜਾ ਸੀ ਉਹ ਕਾਂਗਰਸ ਨੂੰ ਮਿਲਿਆ ਸੀਗਾ। ਜੀ ਉਸ ਤੋਂ ਬਾਅਦ ਅਕਾਲੀਆਂ ਨੂੰ ਮਿਲਿਆ ਸੀਗਾ, ਫਿਰ ਉਸ ਤੋਂ ਬਾਅਦ ਜਿਹੜਾ ਸੀ ਆਮ ਆਦਮੀ ਪਾਰਟੀ ਨੂੰ ਮਿਲਿਆ ਸੀਗਾ। ਬੀਐਸਪੀ ਤੇ ਕਿਤੇ ਉੱਥੇ ਟਿਕੀ ਨਹੀਂ ਉਹਦੇ ਵਿੱਚ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਪਤਾ ਨਹੀਂ ਕਿ ਕਿਹੜੀਆਂ ਕੈਲਕੂਲੇਸ਼ਨਸ ਹੋ ਗਈਆਂ ਜਾਂ ਕਿਹੜਾ ਕੱਲ ਨੂੰ ਚਮਤਕਾਰ ਹੋ ਸਕਦਾ ਵੀ ਇਸ ਏਜੰਡੇ ਦੇ ਨਾਲ ਜਿਹੜਾ ਹੈਗਾ ਅਕਾਲੀ ਦਲ ਜਿਹੜਾ ਵਾ ਉਹ ਅੱਗੇ ਵਧਣਾ ਚਾਹੁੰਦਾ ਹੈ ਜਾਂ ਬੀਐਸਪੀ ਅੱਗੇ ਵਧਣੀ ਚਾਹੁੰਦੀ ਹੈ। ਡਾਕਟਰ ਸਾਹਿਬ, ਜਿਸ ਤਰ੍ਹਾਂ ਨਾਲ ਅਕਾਲੀ ਦਲ ਨੇ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਬੀਜੇਪੀ ਵਾਲਾ ਖੱਪਾ ਸੀ ਉਹਨੂੰ ਬੀਐਸਪੀ ਦੇ ਥਰੂ ਭਰ ਲਿਆ ਜਾਵੇ, ਖਾਸ ਕਰਕੇ ਅਕਾਲੀ ਦਲ ਨੇ ਜਿਹੜੀਆਂ ਸੀਟਾਂ ਛੱਡੀਆਂ ਨੇਗੀਆਂ ਉਹ ਵੀ ਉਹ ਛੱਡੀਆਂ ਨੇ ਜਿਹੜੀਆਂ ਬੀਜੇਪੀ ਲੜਦੀ ਆ ਰਹੀ ਹੈ, ਚਾਹੇ ਸੁਜਾਨਪੁਰ, ਭੂਆ, ਪਠਾਨਕੋਟ, ਮੁਕੇਰੀਆਂ ਵਗੈਰਾ ਸੀਟਾਂ ਦੇਖ ਲਈਏ। ਕੁਛ ਕੁ ਸੀਟਾਂ ਨੇ ਜਿੱਥੇ ਅਕਾਲੀ ਦਲ ਲੜਦਾ ਸੀਗਾ ਉਹ ਛੱਡੀਆਂ ਨੇ, ਬਾਕੀ ਤਾਂ ਲਗਭਗ ਉਹੀ ਸੀਟਾਂ ਨੇ ਜਿਹੜੀਆਂ ਇੱਕ ਸਮੇਂ 'ਚ ਭਾਜਪਾ ਲੜਦੀ ਆ ਰਹੀ ਸੀ। ਕੀ ਅਕਾਲੀ ਦਲ ਉਸ ਖੱਪੇ ਨੂੰ ਭਰਨ ਦੀ ਕੋਸ਼ਿਸ਼ ਕਰ ਰਿਹਾ ਜਾਂ ਮੇਰੀ ਸ਼ਵੇਤ ਮਲਕ ਉਹਨਾਂ ਨਾਲ ਗੱਲ ਹੋਈ ਸੀ, ਉਹ ਕਹਿੰਦੇ ਕਿ ਧੋਖਾ ਹੋਇਆ ਬੀਐਸਪੀ ਨਾਲ, ਬੀਐਸਪੀ ਨੂੰ ਤਾਂ ਉਹ ਸੀਟਾਂ ਦਿੱਤੀਆਂ ਗਈਆਂ ਨੇ ਜਿਨ੍ਹਾਂ ਤੇ ਬੀਐਸਪੀ ਦੀ ਜ਼ਮਾਨਤ ਪਹਿਲਾਂ ਵੀ ਜ਼ਬਤ ਹੁੰਦੀ ਸੀ ਤੇ ਇਸ ਵਾਰ ਵੀ ਹੋਵੇਗੀ। ਨਹੀਂ, ਇਹ ਇਲੈਕਸ਼ਨਾਂ ਦਾ ਬਾਜਵਾ ਸਾਹਿਬ ਬਹੁਤ ਇੰਟਰਸਟਿੰਗ ਹੋ ਗਈਆਂ। ਇਹ ਤਾਂ ਜਿਹੜੀਆਂ ਆਉਣ ਵਾਲੀਆਂ ਇਲੈਕਸ਼ਨਸ ਹੈਗੀਆਂ, ਇਹਦਾ ਏਜੰਡਾ ਜਿਹੜਾ ਕਿਸਾਨੀ ਸੰਘਰਸ਼ ਦੇ ਵਿੱਚ ਲੋਕਾਂ ਦੀ ਸੋਸ਼ਲਾਈਜੇਸ਼ਨ ਆ ਉਹਨੂੰ ਜਿਹੜਾ ਹੈਗਾ ਉਹਨੂੰ ਡਿਟਰਮਨ ਕਰੂਗਾ। ਲੋਕਾਂ ਦੀ ਕੋਵਿਡ ਦੇ ਵਿੱਚ ਜੋ ਬੁਰੀ ਹਾਲ ਹੋਈ ਆ ਉਹ ਉਹਨੂੰ ਕਰੂਗਾ। ਜਿਸ ਤਰੀਕੇ ਦੇ ਨਾਲ ਲੋਕੀ ਆਮ ਸਧਾਰਨ ਜਨਤਾ ਕ੍ਰਿਮੀਨਲੀ ਨੈਗਲੈਕਟ ਹੋਈ ਆ ਸਿਸਟਮ ਦੇ ਕੋਲ, ਇਹ ਉਹਨੂੰ ਕਰੂਗਾ। ਦੂਸਰੀ ਗੱਲ ਹੈ ਕਿ ਰਾਜਨੀਤੀ ਦੇ ਵਿੱਚ ਇਹ ਨਹੀਂ ਹੁੰਦਾ ਕਿ ਆਪਾਂ ਕਿ ਥੀਏਟਰ ਦੇ ਵਿੱਚ ਬੈਠੇ ਆ ਤੇ ਉੱਥੇ 117 ਸੀਟਾਂ ਪਈਆਂ ਵਾ ਤੇ ਉਹਦੇ ਵਿੱਚ ਤੁਸੀਂ ਆਹ ਰੱਖ ਲਓ ਵੀ ਆਹ ਜਿਹੜੀਆਂ 20 ਸੀਟਾਂ ਰਿਜ਼ਰਵ ਕਰਤੀਆਂ, ਫਲਾਣਾ ਬੰਦਾ ਆਣ ਕੇ ਬੈਠੂਗਾ। ਰਾਜਨੀਤੀ ਜਿਹੜੀ ਹੈ ਸੰਭਾਵਨਾਵਾਂ ਦਾ ਖੇਲ ਤੇ ਹੈਗਾ, ਪਰ ਉਹ ਸੰਭਾਵਨਾ ਨੂੰ ਡਿਟਰਮਿਨ ਕਰਦੀ ਹੈ ਸਾਡੀ ਰਾਜਨੀਤਿਕ, ਆਰਥਿਕ, ਸਮਾਜਿਕ, ਸੱਭਿਆਚਾਰਕ ਤੇ ਜਿਹੜੀਆਂ ਸਾਡੀਆਂ ਮੁਸ਼ਕਲਾਂ ਵਾ ਜਿਹੜਾ ਉਹਦਾ ਵਤੀਰਾ ਹੈ। ਤੋ ਇਸ ਕਰਕੇ ਜਿੱਥੋਂ ਮਰਜ਼ੀ ਵੰਡ ਦੇਣ ਕਰ ਦੇਣ ਬਹੁਤਾ ਫਰਕ ਇਸ ਕਰਕੇ ਪੈਣ ਵਾਲਾ ਨਹੀਂ ਹੈਗਾ। ਹਾਂ, ਇਹ ਜ਼ਰੂਰ ਹੈਗਾ ਕਿ ਜਦੋਂ ਮਲਟੀ ਕੋਆਰਡੀਨੇਟ ਹੁੰਦਾ, ਡਿਵੀਜ਼ਨ ਹੁੰਦੀ, ਮੈਂ ਇੱਕ ਗੱਲ ਦਾ ਬਹੁਤ ਧਾਰਨੀ ਹੈ ਔਰ ਮੈਂ ਕਹਿ ਸਕਦਾ ਵੋਟਾਂ ਪਾਉਣ ਵਾਲੇ ਇਸ ਵੇਲੇ ਇੰਡੀਆ ਦੇ ਲੈਵਲ ਦੇ ਉੱਤੇ, ਖਾਸ ਕਰਕੇ ਪੰਜਾਬ ਦੇ ਲੈਵਲ ਦੇ ਉੱਤੇ ਤਿੰਨ ਚੀਜ਼ਾਂ ਵੇਖੀ ਜਾਂਦੀਆਂ ਜੀ। ਪਹਿਲੀ ਚੀਜ਼ ਦੇਖੀ ਜਾਂਦੀ ਹੈ ਪਾਰਟੀ ਕਿਹੜੀ ਆ, ਦੂਸਰੀ ਦੇਖੀ ਜਾਂਦੀ ਹੈ ਕਿ ਪਾਰਟੀ ਨੂੰ ਲੀਡ ਕੌਣ ਕਰਨ ਡਿਆ, ਦੂਸਰਾ ਹੈਗਾ ਵੀ ਉੱਥੇ ਕੈਂਡੀਡੇਟ ਕਿਹੜਾ ਹੈ, ਤੀਸਰਾ ਜਿਹੜਾ ਹੈਗਾ ਵਾ ਉਹਦੇ ਵਿੱਚ ਲੀਡਰ ਕਿਹੜਾ ਹੈ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਜਦੋਂ ਇਹ ਬੀਐਸਪੀ ਜਿਹੜੀ ਹੈਗੀ ਆ ਮਾਝੇ ਦੇ ਵਿੱਚ ਇਲੈਕਸ਼ਨਾਂ ਲੜੂਗੀ ਜਾਂ ਮਾਲਵੇ ਦੇ ਵਿੱਚ ਇਲੈਕਸ਼ਨਾਂ ਲੜੂਗੀ ਤੇ ਕਿਸ ਨੂੰ ਲੀਡਰ ਪ੍ਰੋਜੈਕਟ ਕਰਨਗੇ? ਅਕਾਲੀ ਦਲ ਨੂੰ ਲੀਡਰ ਪ੍ਰੋਜੈਕਟ ਕਰਨਗੇ ਜਾਂ ਕੋਈ ਇਹਨਾਂ ਦਾ ਆਪਣਾ ਰੀਜਨਲ ਲੀਡਰ ਹੈਗਾ ਜਾਂ ਜਿਹੜੇ ਉਹਨਾਂ ਦੇ ਨੈਸ਼ਨਲ ਲੀਡਰਸ ਹੈਗੇ ਆ, ਕੁਮਾਰੀ ਮਾਇਆਵਤੀ ਜੀ ਉਹ ਲੀਡਰ ਹੋਣਗੇ ਜਾਂ ਉਹਨਾਂ ਦੇ ਜਿਹੜੇ ਸਤੀਸ਼ ਚੰਦਰਾ ਜੀ ਉਹ ਇੱਥੇ ਆਉਣਗੇ। ਸੋ ਇਸ ਕਰਕੇ ਇਹ ਰਾਜਨੀਤੀ ਦੇ ਵਿੱਚ ਇਸ ਤਰੀਕੇ ਨਾਲ 20 ਦੇ ਦਿਓ, 25 ਦੇ ਦਿਓ, ਇੱਥੋਂ ਵੰਡ ਦਿਓ, ਇੱਥੋਂ ਵੰਡ ਦਿਓ, ਮੈਨੂੰ ਲੱਗਦਾ ਵੀ ਬਹੁਤ ਵੱਡਾ ਇਹਦੇ ਨਾਲ ਅਸਰ ਜਿਹੜਾ ਉਹ ਨਹੀਂ ਪੈਂਦਾ। ਜਿਹੜਾ ਜਿੰਨੀ ਕਿ ਮੈਨੂੰ ਸਮਝ ਹੋ ਗਈ, ਹੋ ਸਕਦਾ ਮੈਂ ਬਹੁਤ ਗਲਤ ਹੋਵਾਂ ਇਸ ਮਾਮਲੇ ਦੇ ਵਿੱਚ, ਪਰ ਮੇਰੀ ਜਿਹੜੀ ਸੋਚਣੀ ਆ ਉਹ ਬਹੁਤ ਕਲੀਅਰ ਹੈ ਕਿ ਕਦੀ ਤੁਸੀਂ ਫਿਕਸੇਸ਼ਨ ਨਹੀਂ ਕਰ ਸਕਦੇ। ਰਾਜਨੀਤੀ ਬਹੁਤ ਕੰਪਲੈਕਸ ਹੋ ਗਈ ਆ। ਜਿੰਨੀਆਂ ਲੋਕਾਂ ਦੇ ਜ਼ਿਆਦੀਆਂ ਤੰਗੀਆਂ ਵਾ, ਤੱਦੀਆਂ ਵਾ, ਉਹਨਾਂ ਦੀ ਜਿੰਨੀਆਂ ਮੁਸ਼ਕਲਾਂ ਵਾ, ਉਹਨਾਂ ਨੇ ਉਹਨਾਂ ਨੂੰ ਹੋਰ ਜ਼ਿਆਦਾ ਰਾਜਨੀਤਿਕ ਕੀਤਾ ਹੈ। ਇਸ ਕਰਕੇ ਉਹ ਸਵਾਲ ਵੀ ਉਠਾਉਂਦੇ ਆ। ਤਾਂ ਮੇਰਾ ਕਹਿਣ ਤੋਂ ਭਾਵ ਇਹ ਹੈਗਾ ਕਿ ਇਹ ਵੀ ਨਹੀਂ ਗੱਲ ਹੈਗੀ ਕਿ ਹੁਣ ਭੁੱਲ ਜਾਂਦੇ ਆ। ਇਹ ਠੀਕ ਹੈ, ਸਾਡਾ ਤਰਾਸਦੀ ਇਹ ਹੈਗੀ ਆ ਵੀ ਸਾਨੂੰ ਇਹਨਾਂ ਦੇ ਵਾਲੇ, ਕਿਉਂਕਿ ਰਾਜਨੀਤੀ ਨੇ ਵੈਕਿਊਮ 'ਚ ਨਹੀਂ ਹੋਣਾ, ਸਾਨੂੰ ਕਿਸੇ ਨਾ ਕਿਸੇ ਨੂੰ ਚੁਣਨਾ ਪੈਣਾ ਵਾ। ਤਾਂ ਇਸ ਕਰਕੇ ਇਹ ਜਿਹੜੀ ਵੰਡ ਵੰਡਈਆ ਹੈਗਾ ਵਾ, ਇੱਥੋਂ 5 ਦੇ ਦਿਓ, 7 ਇੱਥੋਂ ਦੇ ਦਿਓ, ਇਹ ਦੱਸਣਾ ਵੀ ਸੀ ਕਿਉਂਕਿ ਉਹਨਾਂ ਦੀ ਆਪਣੀ ਚਾਲ ਹੋ ਸਕਦੀ ਵੀ ਇੰਪ੍ਰੈਸ਼ਨ ਦਈਏ ਇਹ ਜਿਹੜਾ ਖਾਸ ਕਰਕੇ ਬੀਐਸਪੀ ਭਾਈਚਾਰਾ ਵਾ ਇਹਦੀ ਅਸੀਂ ਰਿਪਰੈਜ਼ੈਂਟੇਸ਼ਨ ਤਿੰਨਾਂ ਰੀਜਨ ਦੇ ਵਿੱਚ ਦੇ ਰਹੇ ਹਾਂ। ਤਾਂ ਇਸ ਕਰਕੇ ਹੋ ਸਕਦਾ ਉਹਨਾਂ ਨੂੰ 5 ਇੱਥੋਂ ਦੇ ਦਿੱਤੀਆਂ, 7 ਉੱਥੇ ਦੇ ਦਿੱਤੀਆਂ। ਬੀਜੇਪੀ ਵਾਲਾ ਵੈਕਿਊਮ ਤੁਸੀਂ ਦੇਖ ਲਓ ਨਾ, ਪਿਛਲੀਆਂ ਇਲੈਕਸ਼ਨ ਦੇ ਵਿੱਚ 2017 ਚ ਬੀਜੇਪੀ ਦੇ ਕਿੰਨੇ ਬੰਦੇ ਜਿੱਤੇ ਸੀ? 3 ਬੰਦੇ ਜਿੱਤੇ ਸੀਗੇ ਪਿਛਲੀਆਂ ਜਿਹੜੀਆਂ ਤੁਹਾਡੀਆਂ। ਹਾਂ, ਇਹ ਗੱਲ ਠੀਕ ਹੈਗਾ ਕਿ ਇਹ ਬੀਜੇਪੀ ਦੇ ਹਾਲਾਤ ਕਿਉਂਕਿ ਕਿਸਾਨੀ ਨੇ ਥੋੜਾ ਟੇਢੇ ਕਰ ਦਿੱਤੇ ਕਿ ਬੀਜੇਪੀ ਅਜੇ ਵੀ ਜਿਹੜੀ ਇਸ ਏਰੀਏ ਨੂੰ ਦੇਖਿਆ ਜਾਵੇ ਕਿ ਜਦੋਂ ਵੋਟਾਂ ਦੀ ਗੱਲ ਆਉਂਦੀ ਆ, ਕਿਉਂਕਿ ਜਿਹੜੀਆਂ ਅਸੈਂਬਲੀ ਦੀਆਂ ਵੋਟਾਂ ਜਾਂ ਲੋਕ ਸਭਾ ਦੀਆਂ ਵੋਟਾਂ ਉਹ ਹੋਰ ਹੁੰਦੀਆਂ। ਠੀਕ ਆ, ਤੁਸੀਂ ਪੰਚਾਇਤਾਂ 'ਚ ਨਹੀਂ ਜਿੱਤਦੇ, ਤੁਸੀਂ ਮਿਊਨਿਸਪਲ ਕਮੇਟੀਆਂ 'ਚ ਨਹੀਂ ਜਿੱਤਦੇ, ਤੁਸੀਂ ਦੂਸਰੇ ਪਾਸੇ ਨਹੀਂ ਜਿੱਤਦੇ। ਤਾਂ ਇਸ ਕਰਕੇ ਜਿਹੜਾ ਬੀਜੇਪੀ ਦੀ ਜਿਹੜੀ ਕੈਲਕੂਲੇਸ਼ਨ ਆ ਮੈਨੂੰ ਜਾਪਦਾ ਵੀ ਉਹ ਜ਼ਿਆਦਾ ਸਟਲ ਹੋ ਸਕਦੀ ਆ। ਇਹ ਜਿਹੜੀਆਂ ਅਕਾਲੀ ਤੇ ਬੀਐਸਪੀ ਦੀ ਜਿਹੜੀ ਕੈਲਕੂਲੇਸ਼ਨਸ ਆ, ਕੰਬੀਨੇਸ਼ਨ ਆ, ਪਰਮੂਟੇਸ਼ਨਸ, ਉਹਦੇ ਮੁਕਾਬਲੇ। ਡਾਕਟਰ ਸਾਹਿਬ, ਇਹੀ ਸਵਾਲ ਹੈ ਕਿ ਕਿਸਾਨੀ ਅੰਦੋਲਨ ਚੱਲ ਰਿਹਾ ਸੀਗਾ ਲਗਾਤਾਰ। ਕਿਸਾਨੀ ਅੰਦੋਲਨ ਦੇ ਉੱਤੇ ਨਜ਼ਰ ਵੀ ਟੇਕੀ ਹੋਈ ਹੈ ਕਿ ਉਹ ਸਾਰੀ ਸਿਆਸਤ ਨੂੰ, ਖਾਸ ਕਰ ਜਿਹੜੀ ਚੁਣਾਵੀ ਸਿਆਸਤ ਨੂੰ ਕਿਸ ਤਰ੍ਹਾਂ ਦਾ ਮੋੜਾ ਦਊਗਾ। ਪਰ ਉਸ ਤੋਂ ਬਾਅਦ ਜੇ ਅੱਜ ਦੀ ਘਟਨਾ ਦੇਖੀਏ ਜਾਂ ਲਗਾਤਾਰ ਭਾਜਪਾ ਵੱਲੋਂ ਕਹਿਣਾ ਕਿ ਮੁੱਖ ਮੰਤਰੀ ਦਲਿਤ ਹੋਊਗਾ, ਅਕਾਲੀ ਦਲ ਵੱਲੋਂ ਕਹਿਣਾ ਡਿਪਟੀ ਸੀਐਮ, ਕਾਂਗਰਸ ਵੱਲੋਂ ਵੀ ਕਿਹਾ ਜਾ ਰਿਹਾ ਕਿ ਇੱਕ ਮਹਿਲਾ ਦਲਿਤ ਹੋਊਗੀ ਜਿਹੜੀ ਡਿਪਟੀ ਸੀਐਮ ਹੋਊਗੀ। ਇਸ ਤਰ੍ਹਾਂ ਦੀਆਂ ਸਾਰੀਆਂ ਕਿਸ ਨੇ ਡਿਸਕੋਰਸ ਚੇਂਜ ਕਰਨ 'ਚ ਭੂਮਿਕਾ ਨਿਭਾ ਰਿਹਾ ਕਿ ਜਿਹੜਾ ਦਲਿਤ ਫੈਕਟਰ ਹੈ ਪੰਜਾਬ ਦਾ, 33% ਤੋਂ ਵੱਧ ਦੀ ਦਲਿਤ ਵੋਟ ਦੀ ਗੱਲ ਕੀਤੀ ਜਾਂਦੀ ਹੈ ਵੀ ਉਹ ਜਿਹੜਾ ਡਿਸਕੋਰਸ ਨੂੰ ਚੇਂਜ ਕਰ ਰਿਹਾ। ਕਿਉਂਕਿ ਇੱਕ ਸਮਾਂ ਅਸੀਂ ਕਿਹਾ ਜਾ ਰਿਹਾ ਸੀ ਵੀ ਕਿਸਾਨੀ ਅੰਦੋਲਨ ਹੀ ਸਾਰਾ ਕੁਝ ਤੈਅ ਕਰੂਗਾ ਕਿ 2022 ਦੇ ਵਿੱਚ ਕੀ ਵਾਪਰਨਾ।
ਵੈਸੇ ਮੈਂ ਨਾ ਬੁੱਧਵਾਰ ਪੰਜਾਬੀ ਟ੍ਰਿਬਿਊਨ ਦੇ ਉੱਤੇ ਡਿਟੇਲਡ ਇੱਕ ਮੇਰਾ ਲਿਖਿਆ ਸੀਗਾ ਨਜ਼ਰੀਏ ਦੇ ਤੌਰ ਦੇ ਉੱਤੇ ਜੀ ਦਲਿਤ ਭਾਈਚਾਰਾ ਪੰਜਾਬ ਰਾਜਨੀਤੀ ਤੇ 2022 ਦੇ ਇਲੈਕਸ਼ਨਸ। ਸਵਾਲ ਇੱਥੋਂ ਸ਼ੁਰੂ ਕੀਤਾ ਸੀਗਾ, ਹੁਣ ਇਹਨਾਂ ਨੂੰ ਕਿਉਂ ਚੇਤਾ ਆਇਆ ਕਿ ਦਲਿਤ ਹੀ ਮੁੱਖ ਮੰਤਰੀ ਚਾਹੀਦਾ ਜੀ। ਇਹ ਗੱਲ ਠੀਕ ਆ ਕਿ ਸਾਡੇ ਕੋਲ ਤੀਸਰਾ ਹਿੱਸਾ ਸਾਡੇ ਕੋਲ ਆਬਾਦੀ ਦਲਿਤ ਭਾਈਚਾਰੇ ਦੀ ਆ ਤੇ ਬਹੁਤ ਹਰ ਤੀਸਰਾ ਵੋਟਰ ਉਹ ਆ। ਸਾਡੇ ਕੋਲ 34 ਸੀਟਾਂ ਜਿਹੜੀਆਂ ਅਸੈਂਬਲੀ ਦੀਆਂ ਉਹ ਦਲਿਤ ਭਾਈਚਾਰੇ ਦੇ ਕੋਲ ਆ। ਸਾਡੇ ਕੋਲ 13 ਤੋਂ 4 ਸੀਟਾਂ ਜਿਹੜੀਆਂ ਹੈਗੀਆਂ ਉਹ ਪਾਰਲੀਮੈਂਟ ਦੀਆਂ ਦਲਿਤ ਭਾਈਚਾਰੇ ਦੇ ਕੋਲ ਹੈਗੇ ਆ। ਬਿਲਕੁਲ ਠੀਕ ਹੈਗਾ, ਪਰ ਇਹਦੇ ਨਾਲ ਸਾਨੂੰ ਇਹ ਵੀ ਦੇਖਣ ਦੀ ਲੋੜ ਹੈਗੀ ਕਿ ਦਲਿਤ ਭਾਈਚਾਰੇ ਦੇ ਵਿੱਚ ਵੀ ਜਿੱਦਾਂ ਸਾਡੇ ਹੋਰ ਸਮਾਜ ਦੇ ਵਿੱਚ ਵੰਡੀਆਂ ਵਾ ਉਦਾਂ ਦੀਆਂ ਵੰਡੀਆਂ ਵਾ ਜੀ। ਕੁਝ ਧਰਮ ਦੀ ਵੰਡ ਵੀ ਹੈਗੀ ਆ, ਖਿੱਤਿਆਂ ਦੀ ਵੰਡ ਆ, ਕੋਈ ਮਾਝੇ 'ਚ ਰਹਿੰਦਾ ਵਾ, ਕੋਈ ਦੁਆਬੇ 'ਚ ਰਹਿੰਦਾ ਵਾ, ਕੋਈ ਮਾਲਵੇ 'ਚ ਰਹਿੰਦਾ ਵਾ, ਸੱਭਿਆਚਾਰਕ ਵੰਡੀਆਂ ਵੀ ਹੈਗੀਆਂ, ਸਮਾਜਿਕ ਵੰਡੀਆਂ ਵੀ ਹੈਗੀਆਂ, ਸਾਰਾ ਕੁਝ ਹੈਗਾ ਇਹ ਹੈਗਾ। ਪਰ ਮੇਰਾ ਸਵਾਲ ਇਹਨਾਂ ਪੋਲੀਟੀਕਲ ਪਾਰਟੀਆਂ ਤੋਂ ਮੈਂ ਉਹਦੇ ਵਿੱਚ ਵੀ ਇਹੀ ਰੇਸ ਕੀਤਾ ਸੀਗਾ ਵੀ ਭਾਈ ਤੁਹਾਨੂੰ ਹੁਣ ਕਿਉਂ ਚੇਤਾ ਆਉਂਦਾ, ਇਲੈਕਸ਼ਨ ਤੋਂ ਪਹਿਲਾਂ ਚੇਤਾ ਆਉਂਦਾ ਵਾ ਵੀ ਅਸੀਂ ਦਲਿਤ ਨੂੰ ਬਣਾਵਾਂਗੇ ਸਿਰਫ ਵੋਟ। ਇਹ ਸਿਰਫ ਤੇ ਸਿਰਫ ਸਟੰਟ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ, ਚਾਹੇ ਉਹ ਕਾਂਗਰਸੀ ਸੀ ਕਿਉਂਕਿ ਮੁੱਦਾ ਕਾਂਗਰਸ ਵਾਲਿਆਂ ਨੇ ਵੀ ਚੁੱਕਿਆ ਸੀਗਾ, ਬੀਜੇਪੀ ਨੇ ਕਿਹਾ ਮੁੱਖ ਮੰਤਰੀ ਬਣਾਵਾਂਗੇ, ਬਾਅਦ ਚ ਉਹਨਾਂ ਨੇ ਥੋੜਾ ਜਿਹਾ ਵਾਪਸ ਲੈ ਲਿਆ ਕਿਉਂਕਿ ਬੀਜੇਪੀ ਨੂੰ ਇਹ ਸੀਗਾ ਕਿ ਜੇ ਅਸੀਂ ਕੀਤਾ ਤਾਂ ਸਾਡੇ ਕੋਲ ਜਿਹੜਾ ਵੋਟ ਬੈਂਕ ਸਾਡਾ ਅਪਰ ਕਾਸਟ ਵਾਲਾ ਹੈਗਾ, ਅਪਰ ਕਲਾਸ ਵਾਲਾ, ਕਿਤੇ ਉਹ ਬੈਕਲੈਸ਼ ਨਾ ਹੋ ਜਾਏ ਉਹਦੇ ਵਿੱਚੋਂ। ਅੱਛਾ, ਇਸੇ ਤਰੀਕੇ ਦੇ ਨਾਲ ਅਕਾਲੀਆਂ ਨੇ ਡਿਪਟੀ ਸੀਐਮ ਸ਼ਾਇਦ ਅਕਾਲੀਆਂ ਦੇ ਧਿਆਨ 'ਚ ਇਹੀ ਗੱਲ ਹੋਊਗੀ ਆ ਜਿਹੜਾ ਇਹਨਾਂ ਨੇ ਬੀਐਸਪੀ ਨਾਲ ਸਮਝੌਤਾ ਕਰਨਾ ਸੀਗਾ। ਤਾਂ ਪਹਿਲਾਂ ਤਾਂ ਜਿਹੜਾ ਵੱਡਾ ਢਾਂਚਾਗਤ ਸਮੱਸਿਆ ਹੁਣ ਦੋ ਪੋਲੀਟੀਕਲ ਪਾਰਟੀਆਂ ਦੀ ਇਹ ਹੈਗੀ ਆ ਕਿ ਬੀਐਸਪੀ ਪਾਰਟੀ ਨੂੰ ਪੰਜਾਬ ਦੀ ਪਾਰਟੀ ਬਣਨ ਵਾਲੇ ਪਾਸੇ ਤੁਰਨਾ ਚਾਹੀਦਾ। ਇਹਨੂੰ ਸਿਰਫ ਇੱਕ ਫਿਰਕੇ ਤੱਕ ਜਾਂ ਇੱਕ ਰੀਜਨ ਤੱਕ ਜੇ ਇਹਨੇ ਪੋਲੀਟੀਕਲੀ ਵਾਇਬਲ ਹੋਣਾ। ਸੇਮ ਅਕਾਲੀਆਂ ਦਾ ਹੈਂਡੀਕੈਪ ਇਹ ਹੋ ਗਿਆ ਕਿ ਬੀਜੇਪੀ ਨੂੰ ਟੁੱਟਣ ਤੋਂ ਬਾਅਦ ਇਹਨਾਂ ਨੂੰ ਲੱਗਦਾ ਵੀ ਅਸੀਂ ਕਿਸ ਤਰੀਕੇ ਦੇ ਨਾਲ ਜਿਹੜਾ ਅਰਬਨ ਵੋਟ ਹੈਗਾ, ਕਿਉਂਕਿ ਪੰਜਾਬ ਦੇ ਵਿੱਚ ਅਰਬਨਾਈਜੇਸ਼ਨ ਬਹੁਤ ਜ਼ਿਆਦਾ, ਤੀਸਰਾ ਹਿੱਸਾ ਆਬਾਦੀ ਅਰਬਨ ਏਰੀਆ ਰਹਿੰਦੀ ਆ, ਇਹ ਕੋਈ 40% ਤੋਂ ਜ਼ਿਆਦਾ ਹਿੰਦੂ ਪਾਪੂਲੇਸ਼ਨ ਹੈਗੀ ਉਹਦੇ ਵਿੱਚੋਂ। ਤੇ ਇਹ ਅਕਾਲੀ ਦਲ ਦਾ ਵੀ ਕ੍ਰਾਈਸਿਸ ਆ। ਪਿੰਡਾਂ ਦੀ ਜਿਹੜੀ ਆਬਾਦੀ ਹੈਗੀ ਆ ਉਹ ਅਕਾਲੀ ਦਲ ਦੇ ਤੋਂ ਡਿਵਾਈਡਡ ਹੈਗੀ ਆ ਕਿਉਂਕਿ ਆਪਾਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਖਾਸ ਕਰਕੇ ਪੀਜ਼ੈਂਟਰੀ ਜਿਹੜੀ ਹੈਗੀ ਆ ਜਿੱਦਾਂ ਪਹਿਲਾਂ ਹੁੰਦੀ ਸੀਗੀ ਉਹ ਨਹੀਂ ਹੈਗੀ। ਮੈਂ ਇਸ ਵੇਲੇ ਮੈਨੂੰ ਤੇ ਸਭ ਤੋਂ ਵੱਡਾ ਜਿਹੜਾ ਇਹ ਲੱਗਦਾ ਕਿ ਪਹਿਲੀ ਵਾਰੀ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਹੈਗੇ ਆ ਉਹ ਅਕਾਲੀ ਦਲ ਨੂੰ ਲੀਡ ਕਰ ਰਿਹਾ। ਅੱਜ ਤੱਕ 97 ਤੋਂ ਲੈ ਕੇ ਸਰਕਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸੀ ਉਹਨਾਂ ਨੇ ਲੀਡ ਕੀਤਾ। ਤਾਂ ਪ੍ਰਕਾਸ਼ ਸਿੰਘ ਬਾਦਲ ਬਾਰੇ ਜਿਹੜਾ ਆਮ ਲੋਕਾਂ ਦੇ ਮਨਾਂ ਦੇ ਵਿੱਚ ਜਿਸ ਕਿਸਮ ਦਾ ਹੁੰਦਾ ਨਾ ਲੀਡਰ ਬਾਰੇ ਤੁਹਾਡੀ ਪਰਸੈਪਸ਼ਨ ਬਹੁਤ ਇੰਪੋਰਟੈਂਟ ਹੈ, ਬਹੁਤ ਜ਼ਰੂਰੀ ਹੈ। ਜਿਹੜਾ ਤੁਹਾਡਾ ਵੋਟਿੰਗ ਜਿਹੜਾ ਤੁਹਾਡਾ ਬਿਹੇਵੀਅਰ ਨੂੰ ਡਿਟਰਮਿਨ ਕਰਦੀ ਆ। ਤਾਂ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਅਜੇ ਮੈਨੂੰ ਲੱਗਦਾ ਹੈ ਕਿ ਉਹ ਉਸ ਲੈਵਲ ਤੇ ਪਹੁੰਚਣ ਲੱਗਿਆ ਬਹੁਤ ਮਿਹਨਤ ਕਰਨ ਦੀ, ਕਿਉਂਕਿ ਪਰਸੈਪਸ਼ਨ ਜਿਹੜੀਆਂ ਨਾ ਉਹ ਬਹੁਤ ਮੈਟਰ ਕਰਦੀਆਂ ਵਾ ਹਰ ਪਾਸੇ ਵੱਲੋਂ ਕਰਕੇ। ਸੋ ਕਹਿਣ ਤੋਂ ਭਾਵ ਹੈਗਾ ਕਿ ਬੀਜੇਪੀ ਬਾਹਰ ਹੋ ਗਈ, ਇਹ ਉਸ ਪਾਸੇ ਲਾ ਗਈ ਕੈਲਕੂਲੇਸ਼ਨ ਕਰਦੀਆਂ ਪੋਲੀਟੀਕਲ ਪਾਰਟੀਆਂ। ਹੋ ਸਕਦਾ ਉਹਨਾਂ ਦੀ ਬਹੁਤ ਜ਼ਿਆਦੀਆਂ ਹੋਣ ਕਿਉਂਕਿ ਉਹਨਾਂ ਕੋਲ ਇਨਫੋਰਮੇਸ਼ਨ ਸਾਡੇ ਤੋਂ ਜ਼ਿਆਦਾ ਹੁੰਦੀ ਆ ਜੇ ਉਹ ਇਨਫੋਰਮੇਸ਼ਨ ਲੈਂਦੇ ਆ। ਪਰ ਮੈਨੂੰ ਇਹ ਲੱਗਦਾ ਇਸ ਵੇਲੇ ਕਿਉਂਕਿ ਅਸੀਂ ਵੀ ਪਿੰਡਾਂ 'ਚ ਜਾਂਦੇ ਰਹਿੰਦੇ ਫਿਰਦੇ ਤੁਰ ਰਹਿੰਦੇ ਆ, ਜਿਹੜਾ ਖਾਸ ਕਰਕੇ ਜਿਹੜੀ ਪੋਲੀਟੀਕਲ ਪਾਰਟੀਆਂ ਵਾ ਇਹਨਾਂ ਦੇ ਸਭ ਤੋਂ ਵੱਡੀ ਕਮਜ਼ੋਰੀ ਆ, ਸਭ ਤੋਂ ਵੱਡਾ ਚੈਲੰਜ ਆ ਕਿ ਇਹ ਆਪਣੀਆਂ ਜੜ੍ਹਾਂ ਤੋਂ ਟੁੱਟ ਕੇ ਇਹ ਬਹੁਤਾ ਜਿਹੜਾ ਹੈਗਾ ਨਾ ਲੀਡਰਾਂ ਤੱਕ ਹੀ ਸੀਮਿਤ ਰਹਿ ਗਈ। ਇਸੇ ਕਰਕੇ ਸਾਡਾ ਕ੍ਰਾਈਸਿਸ ਇਹ ਹੈ ਵੀ ਜਦੋਂ ਤੁਹਾਡੀ ਸਰਕਾਰ ਬਣ ਜਾਂਦੀ ਆ ਤੁਹਾਡੀ ਪਾਰਟੀ ਐਕਟਿਵ ਹੋ ਜਾਂਦੀ ਆ, ਜਦੋਂ ਤੁਸੀਂ ਸਰਕਾਰ ਤੋਂ ਬਾਹਰ ਹੋ ਜਾਂਦੇ ਹੋ ਤੁਹਾਡੀ ਪਾਰਟੀ ਖਿਲਰ ਜਾਂਦੀ ਆ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈਗਾ ਕਿ ਇਸ ਕਿਸਮ ਦਾ ਸੋਚ ਲੈਣਾ ਵੀ ਉਹ ਬਾਹਰ ਨਿਕਲ ਗਿਆ ਅਸੀਂ ਉਹਨੂੰ ਪੂਰਾ ਕਰ ਲਵਾਂਗੇ, ਮੈਨੂੰ ਨਹੀਂ ਲੱਗਦਾ ਕਿ ਕੋਈ ਮੈਥਮੈਟਿਕਲੀ ਕੋਈ ਹੈਗੀ ਆਪਣੀ ਇਸ ਕਿਸਮ ਦੀ ਕੈਲਕੂਲੇਸ਼ਨ ਹੈਗੀ ਹੈ ਜਿਹੜੀ ਰਾਜਨੀਤੀ ਦੇ ਵਿੱਚ ਜਿਹੜੀ ਤਾਕਤ ਨੂੰ ਪਾਉਣ ਵਾਸਤੇ ਉਹ ਕੰਮ ਆਉਂਦੀ ਆ। ਜਿਸ ਤਰ੍ਹਾਂ ਨਾਲ ਡਾਕਟਰ ਸਾਹਿਬ ਜਿਹੜੇ ਦਲਿਤ ਕਨਸਰਨ ਸੀਗੇ ਪੰਜਾਬ ਦੇ ਜਿਹਦੇ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸੀ, ਬੀਐਸਪੀ ਲਗਾਤਾਰ ਉਹਨੂੰ ਕਹਿ ਲਈਏ ਥੋੜ੍ਹਾ ਮੋਟਾ ਉਛਾਲਦੀ ਆ ਰਹੀ ਸੀ, ਹਾਲਾਂਕਿ ਉੱਤੇ ਜਿਹੜੀਆਂ ਵਿਦਿਆਰਥੀ ਜਥੇਬੰਦੀਆਂ ਨੇ ਉਹਨਾਂ ਦੀ ਜ਼ਿਆਦਾ ਭੂਮਿਕਾ ਨਜ਼ਰ ਆਈ ਬੀਐਸਪੀ ਦੇ ਮੁਕਾਬਲੇ। ਪਵਨ ਕੁਮਾਰ ਟੀਨੂ ਵੀ ਉਛਾਲਦੇ ਰਹੇ ਉਹਨੂੰ ਬਾਰ-ਬਾਰ ਸਮੇਂ-ਸਮੇਂ 'ਤੇ। ਕੀ ਉਹ ਮੁੱਦੇ ਜਿਹੜੇ ਨੇ ਉਹਨਾਂ ਨੇ ਨੇੜੇ ਲਿਆਂਦਾ ਇਹਨਾਂ ਦੋਨਾਂ ਨੂੰ ਕਿ ਜੋ ਕਿਉਂਕਿ ਅਕਾਲੀ ਦਲ ਦੇ ਸਮੇਂ ਵੀ ਸੇਮ ਪ੍ਰੋਸੀਜਰ ਸੀ, ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਰੌਲਾ ਮੈਂ ਵਿਦਿਆਰਥੀ ਰਾਜਨੀਤੀ 'ਚ ਹੁੰਦਿਆਂ ਖੁਦ ਦੇਖਿਆ ਕਿ ਉਹ ਸੀ, ਤਾਂ ਉਸੇ ਤਰ੍ਹਾਂ ਹੀ ਸੀਗਾ ਕਿ ਉਹ ਚੀਜ਼ਾਂ ਨੂੰ ਡਿਜ਼ੋਲਵ ਕਰ ਪਾਊਗਾ ਇਹ ਗੱਠਜੋੜ ਜੋ ਦਲਿਤ ਦੇ ਇਸ਼ੂ ਨੇਗੇ। ਬਾਈ ਚਾਂਸ ਸਰਕਾਰ ਬਣ ਜਾਂਦੀ ਹੈ 2022 ਦੀ, ਤੁਹਾਡੇ ਮੁਤਾਬਕ ਉਹਦੀ ਸੰਭਾਵਨਾ ਘੱਟ ਹੈ, ਪਰ ਜੇ ਬਣ ਜਾਂਦੀ ਹੈ ਤਾਂ ਕੀ ਉਹ ਇਸ਼ੂਜ਼ ਖਤਮ ਹੋ ਜਾਣਗੇ ਜਿਹੜੇ ਇਸ ਸਮੇਂ ਚੱਲ ਰਹੇ ਨੇ? ਬਾਜਵਾ ਸਾਹਿਬ ਰਾਜਨੀਤੀ ਦੇ ਵਿੱਚ ਨਾ ਜਿਹੜੇ ਤੁਸੀਂ ਵੀ ਰਹੇ ਜੋ ਰਾਜਨੀਤੀ ਵੀ ਸੰਭਾਵਨਾ ਦਾ ਖੇਲ ਆ। ਇਹ ਮੈਂ ਕਦੀ ਵੀ ਨਹੀਂ ਕਹਿੰਦਾ ਵੀ ਅਕਾਲੀ ਦਲ ਤਾਕਤ ਨਹੀਂ ਆਊਗਾ ਜੀ, ਸੰਭਾਵਨਾ ਹੁੰਦੀ ਅਸੀਂ ਆਪਣੇ ਤਰੀਕੇ ਨਾਲ ਸੋਚਦੇ ਹਾਂ ਤੇ ਕਿਸੇ ਨੂੰ ਟੇਕਨ ਫਾਰ ਗ੍ਰਾਂਟਡ ਨਹੀਂ ਲੈਣਾ ਚਾਹੀਦਾ। ਕਾਂਗਰਸ ਨੇ ਬਹੁਤ ਵੱਡੀ ਗਲਤੀ ਕੀਤੀ ਸੀ 2012 ਦੇ ਵਿੱਚ ਵੀ ਯਾਰ ਸਾਡੀ ਵਾਰੀ ਆ, ਉਹ ਵਾਰੀ ਇਦਾਂ ਕੋਈ ਨਹੀਂ ਸੀਗੀ। ਇਸ ਕਰਕੇ ਆਪਾਂ ਇਹ ਮੁੱਦੇ ਢਾਂਚਾਗਤ ਮੁੱਦੇ ਆ। ਅਕਾਲੀਆਂ ਦੇ ਸਮੇਂ 'ਚ ਕੀ ਹੋਇਆ ਸੀ ਦੇਖੋ, ਇਹ ਬੇਸਿਕ ਮੁੱਦੇ ਆ। ਇਹ ਜਿਹੜੀ ਇਹ ਕਲਾਸ ਵਾ
ਇਹ ਜਿਹੜੀ ਸਾਡੀ ਪੋਲੀਟੀਕਲ ਕਲਾਸ ਹੈਗੀ ਆ, ਇਹਨਾਂ ਦੇ ਏਜੰਡੇ ਨਹੀਂ ਹੈਗੇ ਜੀ, ਇਹ ਇਹਨਾਂ ਨੂੰ ਰਿਜ਼ੋਲਵ ਕਰਨਾ ਨਹੀਂ ਚਾਹੁੰਦੇ। ਸਾਡੀ ਸਮੱਸਿਆ ਇਹ ਹੈਗੀ ਆ ਕਿ ਖਾਸ ਕਰਕੇ ਅੱਤਵਾਦ ਤੋਂ ਬਾਅਦ ਜਿਹੜੀ ਸਾਡੀਆਂ ਸਟੂਡੈਂਟ ਆਰਗੇਨਾਈਜੇਸ਼ਨਸ ਹੁੰਦੀਆਂ ਸੀ 80s ਤੋਂ ਬਾਅਦ, ਜੀ, ਜਿਹੜਾ ਸਾਡਾ ਪ੍ਰੈਸ਼ਰ ਥੱਲੇ ਹੁੰਦਾ ਸੀਗਾ ਉਹ ਹੌਲੀ ਹੌਲੀ ਘਟਿਆ, ਜਿਹੜਾ ਹੁਣ ਬਣਿਆ ਪਿਛਲੇ ਸਮੇਂ ਦੇ 5-7 ਸਾਲਾਂ ਦੇ ਵਿੱਚ ਰਿਵਾਈਵ ਹੋ ਰਿਹਾ, ਤੇ ਸਟੂਡੈਂਟ ਦਾ ਪ੍ਰੈਸ਼ਰ ਵੀ ਰਿਵਾਈਵ ਹੋ ਰਿਹਾ ਹੈ। ਕਿਸਾਨੀ ਸੰਘਰਸ਼ ਤੋਂ ਸਾਨੂੰ ਬਹੁਤ ਸਾਰੀ ਆਸ ਹੈਗੀ ਆ, ਉਹ ਰਿਵਾਈਵ ਹੋ ਰਿਹਾ ਹੈ। ਵੱਡੀ ਗਿਣਤੀ ਸਾਡੀ ਨੌਜਵਾਨਾਂ ਦੀ ਹੈਗੀ ਆ, ਉਹਨਾਂ ਤੋਂ ਸਾਨੂੰ ਬਹੁਤ ਆਸ ਆ, ਉਹ ਹੋ ਰਿਹਾ ਹੈ। ਮੇਰਾ ਕਹਿਣ ਤੋਂ ਭਾਵ ਇਹ ਹੈਗਾ ਕਿ ਇਹ ਢਾਂਚਾ ਜਿਹੜਾ ਹੈਗਾ, ਇਹ ਜਿਹੜਾ ਕ੍ਰਾਈਸਿਸ ਆ, ਨਾ ਤਾਂ ਇਹਨਾਂ ਜੋ ਵਿਲ ਹੈਗੀ ਆ, ਨਾ ਇਹ ਕਰਨਾ ਹੀ ਚਾਹੁੰਦੇ ਆ, ਕਿਉਂਕਿ ਇਹਨਾਂ ਦਾ ਏਜੰਡਾ ਨਹੀਂ ਹੈ। ਏਜੰਡਾ ਇਸ ਕਰਕੇ ਨਹੀਂ ਹੈ ਕਿ ਇਹ ਉਹਨਾਂ ਲੋਕਾਂ ਦੇ ਨਾਲ ਜੁੜੇ ਨਹੀਂ ਹੈ, ਗਰੀਬ ਲੋਕਾਂ ਦੇ ਨਾਲ ਜਿਹੜੇ ਇਹ ਜੁੜੇ ਨਹੀਂ। ਜੇ ਇਹੀ ਹਾਲ ਹੁੰਦਾ ਤੇ ਕਿਉਂ ਪੰਜਾਬ 2011 ਦੇ ਵਿੱਚ 22-23 ਨੰਬਰ ਤੇ ਹੁੰਦਾ ਲਿਟਰੇਸੀ ਦੇ ਵਿੱਚ। ਸਾਡੀ ਲਿਟਰੇਸੀ ਜਿਹੜੀ ਆ ਨੈਸ਼ਨਲ ਨੌਰਥ ਦੇ ਨਾਲੋਂ 1.25% ਉੱਪਰਲੇ ਪਾਸੇ ਵਾਲਾ, ਉਹਨਾਂ ਦੀ 75% ਆ, ਸਾਡੀ 76% ਸੀਗੀ। ਛੋਟਾ ਜਿਹਾ ਪੰਜਾਬ ਆ, ਗ੍ਰੀਨ ਰੈਵੋਲੂਸ਼ਨ ਤੋਂ ਹਰ ਪਿੰਡ 'ਚ ਸਕੂਲ ਖੁੱਲ ਗਿਆ ਸੀਗਾ, ਹਰ ਪਿੰਡ ਦੇ ਵਿੱਚ ਸੜਕ ਬਣ ਗਈ ਸੀਗੀ। ਅਸੀਂ ਐਜੂਕੇਸ਼ਨ 'ਚ ਕਿਉਂ ਪਿੱਛੇ ਰਹਿ ਗਏ? ਜਿਸ ਤਰੀਕੇ ਦੇ ਨਾਲ ਅਸੀਂ ਐਜੂਕੇਸ਼ਨ ਸਿਸਟਮ ਨੂੰ ਇਹਨਾਂ ਪੋਲੀਟੀਕਲ ਪਾਰਟੀਆਂ ਨੇ ਤੇ ਡਿਮੋਲਿਸ਼ ਕੀਤਾ ਨਾ। 80 ਤੋਂ ਬਾਅਦ ਦੇਖ ਲਓ, 85 'ਚ ਅਕਾਲੀ ਸਰਕਾਰ ਸੀਗੀ, 92 ਦੇ ਵਿੱਚ ਕਾਂਗਰਸੀ ਸਰਕਾਰ ਆਈ, ਅਕਾਲੀ ਕਾਂਗਰਸ। ਸਾਡੇ ਹਾਲਾਤ ਦਿਨ ਬ ਦਿਨ ਮਾੜੇ ਹੁੰਦੇ ਗਏ। ਪੰਜਾਬ ਇੱਕ ਉਹ ਸੂਬਾ ਹੈਗਾ, ਦੂਰੇ ਪਾਸੇ ਪਿਛਲੇ ਸਮੇਂ 'ਚ ਗਰੀਬੀ ਘਟਦੀ ਸੀ, ਇੱਥੇ ਗਰੀਬੀ ਵੱਧ ਰਹੀ ਸੀ। ਬਾਕੀ ਦੂਸਰਾ ਹੈਗਾ ਕਿ ਜਦੋਂ ਏਜੰਡਾ ਪਾਰਟੀਆਂ ਦਾ ਸਿਰਫ ਤੇ ਸਿਰਫ ਵੋਟਾਂ ਤੱਕ ਸੀਮਿਤ ਰਹਿ ਜੇ, ਤਾਕਤ ਤੱਕ ਹੀ ਸੀਮਿਤ ਰਹਿ ਜੇ, ਤੇ ਫਿਰ ਉਹਨਾਂ ਕੋਲ ਤੁਸੀਂ ਲੋਕ ਭਲਾਈ ਦੇ ਕੰਮਾਂ ਦੀ ਗੱਲ ਨਹੀਂ ਕਰ ਸਕਦੇ। ਕਿਉਂਕਿ ਵਿਦਿਆਰਥੀਆਂ ਦੀ ਜਿਹੜੀ ਐਜੂਕੇਸ਼ਨ ਹੈ ਬਹੁਤ ਵੱਡਾ ਇਸ਼ੂ ਹੈ, ਬਹੁਤ ਵੱਡਾ ਏਜੰਡਾ ਹੈ ਇਸ ਵੇਲੇ। ਔਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਫਾਈਨਾਂਸਿਸ ਨੂੰ ਸਰਕਾਰਾਂ ਨੇ ਪਿਛਲੇ ਸਮੇਂ ਦੇ ਵਿੱਚ ਦਰਲਮ ਬਰਲਮ ਕੀਤਾ ਹੈ, ਖਾਸ ਕਰਕੇ ਜਿਹੜਾ ਪਿਛਲੇ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ 10 ਸਾਲ ਦਾ ਰਜੀਮ ਸੀਗਾ ਅਕਾਲੀ, ਬੀਜੇਪੀ ਵੀ ਵਿੱਚ ਹਿੱਸੇਦਾਰ ਸੀ। ਕਿਸ ਤਰੀਕੇ ਨਾਲ ਲੋਕਾਂ ਨੇ ਉਹਨਾਂ ਨੂੰ 2014 ਚ ਰਿਜੈਕਟ ਕੀਤਾ ਸੀਗਾ, ਕਿਸ ਤਰੀਕੇ ਨਾਲ ਲੋਕਾਂ ਨੇ 2017 ਦੇ ਵਿੱਚ ਰਿਜੈਕਟ ਕੀਤਾ ਸੀਗਾ, ਤਾਂ ਕਿਸ ਤਰੀਕੇ ਦੇ ਨਾਲ ਲੋਕਾਂ ਨੇ ਇਹਨਾਂ ਨੂੰ 2019 ਦੇ ਵਿੱਚ ਰਿਜੈਕਟ ਕੀਤਾ ਹੈ। ਸੋ ਮੇਰਾ ਕਹਿਣ ਤੋਂ ਭਾਵ ਹੈ ਲੋਕੀ ਤਾਂ ਸਭ ਕੁਝ ਸਿਖਾਉਂਦੇ ਆ, ਪਰ ਮੈਨੂੰ ਨਹੀਂ ਲੱਗਦਾ ਵੀ ਇਹ ਜਿਹੜੀ ਰਵਾਇਤੀ ਲੀਡਰਸ਼ਿਪ ਇਹ ਤਾਂ ਹੀ ਪੋਸੀਬਲ ਹੋ ਸਕਦਾ। ਸਾਨੂੰ ਥੋੜੀ ਬਹੁਤੀ ਪੰਜਾਬ ਵਾਲਿਆਂ ਨੂੰ ਆਸ ਬਣੀ ਸੀਗੀ, ਚਾਹੇ ਦੇਸ਼ ਨੂੰ ਆਸ ਬਣੀ ਸੀ, ਜਦੋਂ ਆਮ ਆਦਮੀ ਪਾਰਟੀ ਨੇ ਥੋੜਾ ਬਹੁਤਾ ਲੋਕਾਂ ਦੀਆਂ ਆਸਾਂ ਜਗਾਈਆਂ ਸੀ, ਲੱਗਦਾ ਸੀ ਵੀ ਨਵਾਂ ਮਾਡਲ ਆ ਜਾਊਗਾ, ਪਰ ਉਹ ਵੀ ਉਸੇ ਵਹਿਣ ਦੇ ਵਿੱਚ ਜਾ ਪਏ। ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਸਰਕਾਰ ਜੇ ਉਹਨਾਂ ਦੀ ਆ ਜਾਊਗੀ, ਇਹਨਾਂ ਦੀ ਆ ਜਾਊਗੀ। ਮੈਂ ਕਿਹਾ ਦੱਸਿਆ ਸੀ, ਟੋੜਾ ਸਾਹਿਬ ਨੇ ਇੱਕ ਵਾਰੀ ਕਿਹਾ 2002 ਦੇ ਵਿੱਚ ਜਦੋਂ ਉਹਨਾਂ ਨੇ ਅਕਾਲੀਆਂ ਤੋਂ ਵੱਖਰੇ ਹੋ ਕੇ ਸਰਬਹਿੰਦ ਅਕਾਲੀ ਦਲ ਬਣਾਇਆ ਸੀ, ਟੋੜਾ ਸਾਹਿਬ ਕੀ ਤਬਦੀਲੀ ਦੇਖਦੇ ਜੋ? ਉਹ ਕਹਿੰਦਾ ਤਬਦੀਲੀ ਕੀ ਹੈ, ਇੱਕ ਲੁੱਟ ਕੇ ਜਾ ਰਹੇ ਆ, ਦੂਸਰੇ ਲੁੱਟਣ ਆ ਰਹੇ ਆ, ਇਹਨਾਂ ਦਾ ਲੋਕਾਂ ਦਾ ਕੋਈ ਏਜੰਡਾ ਨਹੀਂ ਹੈ। ਸੋ ਮੇਰਾ ਪੁਆਇੰਟ ਹੈ, ਦੋ ਤਰੀਕਿਆਂ ਨਾਲ ਤੁਸੀਂ ਤਬਦੀਲੀ ਲੈ ਸਕਦੇ ਹੋ। ਕਈ ਵਾਰੀ ਤੱਕ ਸਾਡੇ ਆਪਣੇ ਬਹੁਤ ਹੀ ਹਰਮਨ ਪਿਆਰੇ ਸਿੰਗਰ ਹੈ ਨਾ, ਉਹ ਕਹਿੰਦੇ 4 ਹੀ ਤਰੀਕਿਆਂ ਨਾਲ ਕੰਮ ਕਰੇ ਬੰਦਾ ਤਬਦੀਲੀ ਲਿਆਉਣ ਵਾਸਤੇ। ਪਰ ਪੋਲਿਟਿਕਸ ਦੇ ਵਿੱਚ there is only 2 ways to get things done ਜੀ। ਜਾਂ ਤਾਂ ਲੋਕੀ ਬਹੁਤ ਤਗੜੇ ਹੋ ਜਾਣ ਜੀ, ਲੋਕੀ ਆਵਾਜ਼ ਤੋਂ ਪ੍ਰੈਸ਼ਰ ਫਰਮ ਦਾ ਬਿਲੋ, ਤੇ ਜਾਂ ਜਿਹੜੇ ਉੱਤੇ ਬੈਠੇ ਆ ਉਹ ਇਮਾਨਦਾਰ ਹੋ ਜਾਣ। ਠੀਕ, ਉੱਤੇ ਬੈਠੇ ਵਾਲੇ ਤਾਂ ਇਮਾਨਦਾਰ ਹੋਣਗੇ ਜੇ ਥੱਲੇ ਵਾਲੇ ਜਿਹੜੇ ਆ ਪੋਲੀਟੀਕਲੀ ਅਵੇਅਰ ਹੋਣਗੇ, ਯੂਨਾਈਟਿਡ ਹੋਣਗੇ, ਧਰਮਾਂ ਜਾਤਾਂ ਰਿਜਨਾਂ ਨੂੰ ਛੱਡ ਕੇ ਅਗਲੇ ਪਾਸੇ ਆਉਣਗੇ, ਤਾਂ ਅਸੀਂ ਸਰਕਾਰਾਂ ਤੋਂ ਲੋਕ ਭਲਾਈ ਦੇ ਜਿਹੜੇ ਕੰਮ ਕਰਵਾ ਸਕਦੇ। ਠੀਕ ਹੈ ਡਾਕਟਰ ਸਾਹਿਬ, ਇਹ ਤਾਂ ਹੋ ਗਿਆ। ਜੇ ਆਪਾਂ ਗੱਲ ਕਰੀਏ ਵਾਰੀ ਨਾਲ, ਆਪਾਂ ਤਿੰਨਾਂ ਚਾਰਾਂ ਪਾਰਟੀਆਂ ਨੇ ਜੋ ਇਸ ਸਮੇਂ ਭੂਮਿਕਾ ਨਿਭਾ ਰਹੀਆਂ ਨੇਗੀਆਂ, ਪੰਜਾਬ ਦੀ ਸਿਆਸਤ ਦੀ ਪਿੱਚ ਤੇ ਖੇਡ ਰਹੀਆਂ ਨੇ, ਉਹਨਾਂ ਦੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਕਾਂਗਰਸ ਦੀ ਗੱਲ ਕਰੀਏ। ਸੱਤਾਧਾਰੀ ਹੈ ਕਾਂਗਰਸ ਹੈ, ਕਾਂਗਰਸ ਕੋਲ ਅੱਛਾ ਖਾਸਾ ਦਲਿਤ ਵੋਟ ਬੈਂਕ ਵੀ ਹੈ, ਖਾਸ ਦਬਾਬੇ ਦੇ ਵਿੱਚ ਵੀ, ਜਿੱਥੇ ਬਸਪਾ ਕਹਿ ਰਹੀ ਹੈ ਕਿ ਮੈਂ ਸਟਰੋਂਗ ਹਾਂ ਜਾਂ ਉਸ ਨੂੰ ਉਸ ਨਜ਼ਰੀਏ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਕੀ ਅਸਰ ਹੋਊਗਾ ਕਾਂਗਰਸ ਦੇ ਉੱਤੇ? ਸਪੈਸ਼ਲੀ ਕਾਂਗਰਸ ਨੂੰ ਕਿਸ ਤਰ੍ਹਾਂ ਦਾ ਡੈਂਟ ਪਊਗਾ ਤਿੰਨਾਂ ਰੀਜਨਸ ਦੇ ਅੰਦਰ, ਮਾਝਾ, ਮਾਲਵਾ, ਦੁਆਬਾ, ਖਾਸ ਕਰ ਪੁਆਧ ਦੇ ਅੰਦਰ ਵੀ ਕਿਸ ਤਰ੍ਹਾਂ ਦਾ ਰਹੂਗਾ? ਇਹਦੇ ਉੱਤੇ ਵੀ ਮੈਂ ਨਾ ਮੇਰੇ ਖਿਆਲ ਪਹਿਲੀ 26 ਤਰੀਕ ਨੂੰ ਪੰਜਾਬੀ ਟ੍ਰਿਬਿਊਨ ਦੇ ਵਿੱਚ ਇੱਕ ਲਿਖਿਆ ਸੀ ਆਰਟੀਕਲ ਜੀ। ਇਹ ਜਿਹੜਾ ਖਾਸ ਕਰਕੇ ਰਾਜਨੀਤੀ ਜਿਹੜੀਆਂ ਸਾਡੀਆਂ ਸੀਗੀਆਂ, ਇਸ ਵੇਲੇ ਕਾਂਗਰਸ ਪਾਰਟੀ ਨੂੰ ਦੇਖਿਆ ਜਾਵੇ ਤਾਂ, ਮੈਂ ਥਿਓਰੈਟੀਕਲੀ ਗੱਲ ਕਰਦਾ, ਬਾਕੀ ਤੇ ਸਾਰਾ ਵੋਟਾਂ 'ਚ ਪੈਂਦਾ ਜੀ ਜੀ, ਉਹ ਬਹੁਤ ਵੱਡਾ ਦਲ ਹੈ, ਕੋਈ ਬਹੁਤ ਵੱਡਾ ਚੈਲੰਜ ਬਾਹਰਲੇ ਪਾਸੇ ਨਹੀਂ ਹੈ, ਪਰ ਕਾਂਗਰਸ ਨੂੰ ਜਿਹੜਾ ਚੈਲੰਜ ਆ ਵੱਡਾ ਜਿਹੜਾ ਅੰਦਰਲੇ ਪਾਸੇ ਹੋਵੇ ਜੀ। ਜੇ ਅਸੀਂ ਪਿਛਲੇ ਸਮੇਂ ਦੇ ਵਿੱਚ ਅਕਾਲੀ ਦਲ ਦੇ 10 ਸਾਲ ਦਾ ਰਜੀਮ ਜਾਂ ਇਸ 5 ਸਾਲ ਦਾ ਰਜੀਮ ਨਾਲ ਕੰਪੇਅਰ ਕਰੀਏ ਜੀ, ਤੇ ਓਨੈਸਟਲੀ ਮੈਂ ਗੱਲ ਕਹਿਣੀ ਚਾਹੁੰਦਾ ਵਾਂ ਕਿ ਇਸ ਸਮੇਂ ਦੇ ਵਿੱਚ ਜਿਹੜੀ ਉਹ ਮਿਸ ਗਵਰਨੈਂਸ ਸੀਗੀ, ਉਸ ਸਮੇਂ ਦੇ ਵਿੱਚ ਜਿਸ ਕਿਸਮ ਦਾ ਰਾਜ ਸੀਗਾ, ਜਿਹਦੀ ਵਜ੍ਹਾ ਕਰਕੇ ਅਕਾਲੀਆਂ ਨੂੰ ਬਹੁਤ ਵੱਡੀ ਪਨਿਸ਼ਮੈਂਟ ਵੀ ਭੁਗਤਣੀ ਪਈ, ਉਹ ਆਪੋਜੀਸ਼ਨ ਪਾਰਟੀ ਤੱਕ ਨਾ ਪਹੁੰਚ ਸਕੇ ਜੀ, ਉਹਦੇ ਵਿੱਚ ਇਹਨਾਂ ਨੇ ਕੁਝ ਇੰਪਰੂਵਮੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਿਉਂਕਿ ਮੇਰੇ ਕੋਲ ਫਿਗਰ ਤਾਂ ਹੈ ਨਹੀਂ ਇੱਦਾਂ ਦੇ, ਪਰ ਖਾਸ ਕਰਕੇ ਫਾਈਨੈਂਸ਼ੀਅਲ ਮੈਟਰਸ ਦੇ ਵਿੱਚ ਇਹਨਾਂ ਥੋੜਾ ਬਹੁਤਾ ਜਿਹੜਾ ਹੈਗਾ ਉਹਨੂੰ ਰਿਵਾਈਵ ਕੀਤਾ।
ਔਰ ਜੋ ਕੁਛ ਵੀ ਸੀਗੇ ਆਪਣੇ ਸਿਸਟਮ ਜਿਹੜਾ ਸੀਗਾ ਉਹਨੂੰ ਚਲਾਇਆ। ਜੀ ਪਰ ਦੂਸਰੇ ਪਾਸੇ ਜਿਹੜੇ ਵੱਡੇ ਕੋਰ ਇਸ਼ੂ ਸੀਗੇ ਉਹ ਅਕਾਲੀਆਂ ਦੇ ਵੇਲੇ ਉਹ 'ਚ ਵੱਡਾ ਇਸ਼ੂ ਸੀਗਾ ਹੁਣ ਡਿਵੈਲਪਮੈਂਟ ਕਿਹਨੂੰ ਕਹਿੰਦੇ ਆ। ਡਿਵੈਲਪਮੈਂਟ ਸੜਕਾਂ ਜਾਂ ਉਹੀ ਜਿਹੜੀਆਂ ਇੱਟਾਂ ਪੁੱਟ ਕੇ ਲਾਉਣੀਆਂ ਉਹ ਡਿਵੈਲਪਮੈਂਟ ਨਹੀਂ ਹੈਗੀਆਂ ਜੀ। ਪਹਿਲਾਂ ਉਹਨਾਂ ਮੰਤਰੀਆਂ ਦੀਆਂ ਫੈਕਟਰੀਆਂ ਸੀਗੀਆਂ, ਹੁਣ ਇਹਨਾਂ ਦੀਆਂ ਆ ਗਈਆਂ, ਉਹ ਡਿਵੈਲਪਮੈਂਟ ਨਹੀਂ ਹੈਗੀ। ਬੇਸਿਕ ਲੋੜਾਂ ਪੂਰੀਆਂ ਕਰਨੀਆਂ ਵੈਲਫੇਅਰ ਸਟੇਟ ਦਾ ਫਰਜ਼ ਹੈਗਾ ਜੀ। ਤੇ ਡਿਵੈਲਪਮੈਂਟ ਹੁੰਦੀ ਹੈ ਜਦੋਂ ਐਜੂਕੇਸ਼ਨ ਠੀਕ ਹੈ, ਇਹਨਾਂ ਨੇ ਸਕੂਲਾਂ ਦੀ ਐਜੂਕੇਸ਼ਨ ਇੰਪਰੂਵਮੈਂਟ ਕੀਤੀ ਹੈ, ਬਹੁਤ ਵਧੀਆ ਗੱਲ ਹੈਗੀ, ਇੰਪਰੂਵਮੈਂਟ ਹੋਈ ਆ, ਦੂਸਰੇ ਪਾਸੇ ਵੀ ਹੋਈ ਆ। ਇਹ ਥੋੜਾ ਬਹੁਤਾ ਫਰਕ ਪਿਆ ਕਿਉਂਕਿ ਮੋੜਾ ਪੈਣ ਲੱਗਿਆ ਜ਼ਿਆਦਾ ਸਮਾਂ ਲੱਗਦਾ, ਤੁਸੀਂ ਕਿ ਜਿਹਨੂੰ ਤਬਾਹ ਕਰਨਾ ਹੋਵੇ ਬਹੁਤ ਛੇਤੀ ਕਰ ਦਿੰਦੇ। ਪਰ ਜਿਹੜਾ ਵੱਡਾ ਮਸਲਾ ਹੈ ਜਿਹੜਾ ਲੋਕਾਂ ਨਾਲ ਵਾਹ ਪੈਂਦਾ, ਮੈਂ ਬਾਰ-ਬਾਰ ਕਹਿਣਾ ਵੀ ਤੁਸੀਂ ਪਟਵਾਰੀ ਕੋਲ ਚਲੇ ਜਾਓ, ਤੁਸੀਂ ਥਾਣਿਆਂ ਚਲੇ ਜਾਓ, ਤੁਸੀਂ ਤਹਿਸੀਲ ਰਜਿਸਟਰੀਆਂ ਕਰਾਉਣ ਚਲੇ ਜਾਓ, ਦਫ਼ਤਰਾਂ ਦੇ ਵਿੱਚ ਜਿਹੜਾ ਥੋੜੇ ਸਮੇਂ ਲਈ ਸੀਗਾ ਕੰਮ ਕਰਨ ਦੇ ਵਿੱਚ ਲੋਕਾਂ ਨੂੰ ਉਹੀ ਜਿਹੜਾ ਉਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਖਾਸ ਕਰਕੇ ਜਿਹੜਾ ਦੂਸਰਾ ਪੈਸੇ ਕਰਪਸ਼ਨ ਜਿਹੜੀ ਹੈ। ਮੈਂ ਕਿਸੇ ਵੀ ਦਫ਼ਤਰ 'ਚ ਨਹੀਂ ਵੇਖਦਾ ਬਾਹਰ ਲਿਖ ਕੇ ਲਾਇਆ ਹੋਵੇ ਵੀ ਇੱਥੇ ਕੋਈ ਅਫਸਰ ਤੁਹਾਡੇ ਕੋਲ ਕਰਪਸ਼ਨ ਮੰਗਦਾ ਵਾ ਤੇ ਉਹਦੀ ਤੁਸੀਂ ਕੰਪਲੇਂਟ ਕਰੋ। ਕੋਈ ਉਹ ਸਾਰਾ ਸਿਸਟਮ ਉਸੇ ਤਰੀਕੇ ਨਾਲ ਚੱਲਦਾ। ਸ਼ਰਾਬ ਵਾਲਾ ਵੀ ਉਸੇ ਤਰੀਕੇ ਨਾਲ ਚੱਲਦਾ ਸੀ, ਪਹਿਲਾਂ ਉਹਨਾਂ ਦੀ ਹਿੱਸੇਦਾਰੀ ਵੱਡੀ ਸੀ, ਉਹ ਸਾਰਾ ਉਸੇ ਨਾਲ ਚੱਲੀ ਜਾਂਦਾ, ਖਾਣਾ ਖੁਣਾ ਵੀ ਚੱਲੀ ਜਾਂਦੀਆਂ ਸੀਗੀਆਂ, ਉਹ ਪਾਰਟ ਉਸੇ ਤਰੀਕੇ ਦੇ ਨਾਲ ਹੀ ਚੱਲੀ ਜਾਂਦਾ। ਹਾਂ, ਇਹ ਠੀਕ ਹੈਗਾ ਕਿ ਜਿਸ ਕਿਸਮ ਦੀ ਧੱਕੇਸ਼ਾਹੀ ਜਾਂ ਕਿਸੇ ਦੀ ਪਰਸੈਪਸ਼ਨ ਬਣ ਗਈ ਸੀ ਵੀ ਅਕਾਲੀ ਦਲ ਦੇ ਲੀਡਰ ਜਾਂ ਬੀਜੇਪੀ ਦੇ ਲੀਡਰ ਆਪਣੇ ਰਜੀਮ ਦੇ ਵਿੱਚ ਲੋਕਾਂ ਦੇ ਨਾਲ ਕਰਦੇ ਸੀ ਕਿ ਨਹੀਂ ਕਰਦੇ, ਉਹ ਗੱਲ ਵੱਖਰੀ ਹੈ, ਪਰ ਲੋਕਾਂ ਦੀ ਪਰਸੈਪਸ਼ਨ ਇਹ ਬਣ ਗਈ ਸੀਗੀ ਕਿ ਹਰ ਗੱਲ ਜਿਹੜੀ ਸੀ ਉਹਨਾਂ ਦੇ ਨਾਲ ਜੋੜ ਦਿੱਤੀ ਜਾਂਦੀ ਸੀ। ਇਸ ਸਮੇਂ ਦੇ ਵਿੱਚ ਥੋੜਾ ਬਹੁਤਾ ਜਿਹੜਾ ਉਹ ਹੈਗਾ। ਕਾਂਗਰਸ ਕਿਉਂਕਿ ਵੱਡੀ ਪਾਰਟੀ ਆ, ਨੈਸ਼ਨਲ ਪਾਰਟੀ ਆ, ਅਕਾਲੀ ਦਲ ਜਿਹੜਾ ਸੀ ਇਹਦੇ ਮੁਕਾਬਲੇ ਤੇ ਕਿਉਂਕਿ ਰੀਜਨਲ ਪਾਰਟੀ ਆ, ਇੱਕ ਪਰਿਵਾਰ ਦੇ ਕੋਲ ਹੀ ਹੈਗਾ ਵਾ, ਤੇ ਰੀਜਨਲ ਪਾਰਟੀਆਂ ਦੇ ਵਿੱਚ ਜ਼ਿਆਦਾਤਰ ਬਲਾਸਟ ਹੁੰਦੇ ਆ, ਲੋਕੀ ਛੱਡ ਕੇ ਚਲੇ ਜਾਂਦੇ ਆ। ਤਾਂ ਕਾਂਗਰਸ ਦੇ ਵਿੱਚ ਵੀ ਖਾਸ ਕਰਕੇ ਜਿਹੜਾ ਚੀਜ਼ਾਂ ਨੂੰ ਲੈ ਕੇ ਤਾਕਤ ਦੇ ਵਿੱਚ ਆਏ ਸੀ ਮੁੱਦੇ, ਉਦੋਂ ਵੀ ਲੋਕਾਂ ਦੇ ਜਿਹੜੇ ਸੀ ਡਿਵੈਲਪਮੈਂਟ ਸੀਗੇ, ਲੋਕਾਂ ਦੀ ਰੁਜ਼ਗਾਰ ਸੀ, ਰੁਜ਼ਗਾਰ ਦਾ ਮੁੱਦਾ ਬਹੁਤ ਵੱਡਾ ਮੁੱਦਾ ਹੈਗਾ, ਉਹਦੇ ਵਿੱਚੋਂ ਕਰਪਸ਼ਨ ਦਾ ਮੁੱਦਾ ਬਹੁਤ ਵੱਡਾ ਮੁੱਦਾ ਹੈਗਾ, ਔਰ ਇਸ ਤਰੀਕੇ ਦੇ ਮੁੱਦੇ ਸਾਰੇ ਜਿਹੜੇ ਖਾਸ ਕਰਕੇ ਕਿਸਾਨਾਂ ਦੇ ਮੁੱਦੇ ਬਹੁਤ ਵੱਡੇ ਮੁੱਦੇ ਸੀਗੇ। ਪਰ ਜਦੋਂ ਇਹ ਅਮਰਿੰਦਰ ਸਿੰਘ ਨੇ ਖਾਸ ਕਰਕੇ ਤਲਵੰਡੀ ਸਾਬੋ ਦੇ ਵਿੱਚ ਉਸ ਪਾਸੇ ਵੱਲ ਜਿਹੜੇ ਉਸ ਸਮੇਂ ਦੇ ਮੁੱਦੇ ਬਹੁਤ ਵਧੀਆ ਤਰੀਕੇ ਨਾਲ ਹੱਲ ਕੀਤੇ ਜਾ ਸਕਦੇ ਸੀ, ਖਾਸ ਕਰਕੇ ਜਿਹੜਾ ਬਰਗਾੜੀ ਵਾਲਾ ਕੇਸ ਸੀਗਾ ਜਾਂ ਜਿਹੜੇ ਉਸ ਸਮੇਂ ਦੇ ਦੋਸ਼ੀ ਸੀਗੇ ਪੁਲਿਸ ਵਾਲੇ ਸੀ, ਉਹਨਾਂ ਨੂੰ ਪਨਿਸ਼ਮੈਂਟ ਕਰਨ ਦਾ ਕੰਮ ਸੀਗਾ, ਉਹ ਮੁੱਦੇ ਦੇ ਉੱਤੇ ਇਹਨਾਂ ਨੇ ਕਿਹਾ ਸੀ ਵੀ ਮੈਂ ਰਿਜ਼ੋਲਵ ਕਰੂੰਗਾ, ਨਸ਼ੇ ਨੂੰ ਰਿਜ਼ੋਲਵ ਕਰੂੰਗਾ। ਚਲੋ ਨਸ਼ਾ ਤਾਂ ਇੱਕ ਢਾਂਚਾਗਤ ਸਮੱਸਿਆ ਹੈ, ਮੈਂ ਉਹ ਗੱਲ ਨਹੀਂ ਮੰਨਦਾ ਵੀ ਇਹਨਾਂ ਨੇ ਸਿਰਫ ਰਿਜ਼ੋਲਵ ਕਰਨਾ, ਉਹਦੇ ਬਹੁਤ ਸਾਰੇ ਕਾਰਨ ਆ, ਕਿਉਂਕਿ ਸਾਡੇ ਨਸ਼ਾ ਜਿਹੜਾ ਨਾ ਇੰਨਾ ਜੜਾ ਕਰ ਚੁੱਕਾ ਵੀ ਥੱਲੜੇ ਲੈਵਲ ਦੇ ਉੱਤੇ ਸਾਰਾ ਸਾਡਾ ਤਾਣਾ ਬਾਣਾ ਜਿਹੜਾ ਹੈਗਾ ਵਾ, ਉਹ ਜਿਸ ਪਾਰਟੀ ਨਾਲ ਲੋਕ ਹੁੰਦੇ ਉਹ ਲੱਗੇ ਰਹਿੰਦੀ ਆ, ਉਸੇ ਕਿਸਮ ਦੀ ਸਮਗਲਿੰਗ ਤੁਸੀਂ ਸਾਰੇ ਜਾਣਦੇ ਹੋ। ਪਰ ਇਹ ਜਿਹੜੇ ਖਾਸ ਕਰਕੇ ਪਿਛਲੇ ਸਮੇਂ ਦੇ ਵਿੱਚ ਜੋ ਉਹ ਸਿੱਟ ਬਣਾਈ ਸੀ, ਜੋ ਸਿੱਟ ਦਾ ਹਾਲ ਹੋਇਆ ਵਾ, ਜਿਸ ਤਰੀਕੇ ਨਾਲ ਦੁਬਾਰਾ ਹੋਇਆ, ਤਾਂ ਅੰਦਰਲਾ ਜਿਹੜਾ ਕ੍ਰਾਈਸਿਸ ਸੀ, ਕਲੇਸ਼ ਇਹਨਾਂ ਦਾ ਬਹੁਤ ਵਧਿਆ। ਦੂਸਰਾ ਕੋਵਿਡ ਦੀ ਵਜ੍ਹਾ ਕਰਕੇ ਵੀ ਹੋਇਆ ਕਿ ਜਿਹੜੀ ਐਕਸੈਸ ਹੈਗੀ ਆ, ਖਾਸ ਕਰਕੇ ਜਿਹੜਾ ਚੀਫ ਮਿਨਿਸਟਰ ਹੈਗਾ, ਜਿਸ ਤਰੀਕੇ MLA ਆ, ਹੁਣ ਤੇ ਖੁੱਲ ਕੇ ਉਹ MLA ਵੀ ਆ, MP ਵੀ ਆ, ਆਮ ਲੋਕੀ ਗੱਲਾਂ ਕਰਦੇ ਆ ਕਿ ਬਿਊਰੋਕ੍ਰੇਸੀ ਉੱਥੇ ਜ਼ਿਆਦਾ ਹਾਵੀ ਆ, ਜਿਹੜੇ ਸਲਾਹਕਾਰ ਆ ਜ਼ਿਆਦਾ ਹੈਵੀ ਆ। ਜਿਹੜਾ ਮਾਡਰਨ ਸਿਸਟਮ ਦੇ ਵਿੱਚ ਜਿਹੜਾ ਖਾਸ ਕਰਕੇ ਜਿਹੜਾ ਸਾਡਾ ਪ੍ਰੈਜ਼ੈਂਟ ਸਿਸਟਮ ਆ, ਇਹਦੇ ਵਿੱਚ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਆ, ਇਹਨਾਂ ਦੀ ਸੇਧ ਜ਼ਿਆਦਾ ਚਾਹੀਦੀ ਹੈ। ਬਿਊਰੋਕ੍ਰੇਸੀ ਦਾ ਇੱਕ ਇੰਸਟਰੂਮੈਂਟ ਉਹਨਾਂ ਨੂੰ ਸਰਵ ਕਰਨ ਵਾਸਤੇ ਹੈਗਾ, ਪਰ ਜਿਸ ਤਰੀਕੇ ਦੀਆਂ ਗੱਲਾਂ ਬਾਹਰ ਆ ਰਹੀਆਂ ਵਾ ਕਿ ਜਿਹੜੇ MLA ਹੈਗੇ ਉਹਨਾਂ ਨੂੰ 2-2 ਮਹੀਨੇ 4-4 ਮਹੀਨੇ 5-5 ਮਹੀਨੇ ਟਾਈਮ ਨਹੀਂ ਮਿਲਦਾ, MLA ਨੂੰ ਟਾਈਮ ਨਹੀਂ ਮਿਲਦਾ, ਜਿਹੜੀ ਗਵਰਨੈਂਸ ਦਾ ਪਾਰਟ ਹੈਗਾ, ਗਵਰਨੈਂਸ ਦੇ ਇੱਕ ਬੰਦੇ ਨਾਲ ਇਹ ਸੈਂਟਰਲਾਈਜੇਸ਼ਨ ਆਫ ਪਾਵਰ ਹੈਗੀ ਆ ਨਾ, ਇਹ ਸਭ ਤੋਂ ਵੱਡਾ ਚੈਲੰਜ ਹੈ ਡੈਮੋਕ੍ਰੇਸੀ ਨੂੰ ਵੀ ਹੈਗਾ ਵਾ, ਪਾਰਟੀ ਨੂੰ ਵੀ ਹੈਗਾ ਵਾ, ਲੀਡਰ ਨੂੰ ਵੀ ਹੈਗਾ, ਤੇ ਲੋਕਾਂ ਦੀ ਸਭ ਤੋਂ ਵੱਡੀ ਕ੍ਰਾਈਸਿਸ ਜਿਹੜਾ ਇਹਦੇ ਵਿੱਚ ਹੈ, ਜਿਹੜਾ ਇਹ ਵਰਤਾਰਾ ਸਿਰਫ ਪੰਜਾਬ 'ਚ ਨਹੀਂ ਹੈ, ਜਿਹੜਾ ਵੀ ਰੂਲਰ ਹੈਗਾ, ਤੁਸੀਂ ਇਹਨਾਂ ਦੀ ਜਿਹੜੀ ਰਾਜਸਥਾਨ ਦੇ ਵਿੱਚ ਵੇਖ ਲਓ, ਤੁਸੀਂ ਦਿੱਲੀ ਦੇ ਵਿੱਚ ਕਿਤੇ ਜਿੱਥੇ ਮਰਜ਼ੀ ਦੇਖ ਲਓ, ਪਰ ਇਸ ਤਰੀਕੇ ਨਾਲ ਬਹੁਤਾ ਲੰਮਾ ਸਮਾਂ ਚੱਲਿਆ ਨਹੀਂ ਜਾ ਸਕਦਾ। ਤਾਂ ਇਹ ਜਿਹੜੀਆਂ ਸੁਰਾਂ ਉੱਠ ਨਹੀਂ ਆਵਾਂ, ਕਿਉਂਕਿ ਕਾਂਗਰਸ ਦੀ ਸਮੱਸਿਆ ਇਹ ਹੈਗੀ ਆ ਵੀ ਇਹਦੀ ਸੈਂਟਰਲ ਲੀਡਰਸ਼ਿਪ ਬਹੁਤ ਇੰਡਿਸਿਸਿਵ ਆ, ਬਹੁਤ ਵੀਕ ਆ। ਔਰ ਤੁਸੀਂ ਦੇਖੋ ਵੀ ਚਾਹੇ ਉਹ ਰਾਜਸਥਾਨ ਦਾ ਕੇਸ ਸੀਗਾ ਆਪਣੇ ਦਾ ਪਾਇਲਟ ਦਾ ਜਾਂ ਹੋਰ ਕੇਸ ਸੀ, ਇਹ ਕੋਈ ਬਹੁਤ ਡਿਸੀਜ਼ਿਵ, ਕਿਉਂਕਿ ਆਪ ਹੀ ਉਹ ਜਿਹੜੀ ਬੜੀ ਸਲੋ ਮੋਡ ਤੇ ਚੱਲ ਰਹੀ ਆ, ਕੋਈ ਇਲੈਕਸ਼ਨ ਨਹੀਂ ਹੋ ਰਹੀ, ਸਭ ਕੰਮ ਚਲਾਊ ਕੰਮ ਹੈਗਾ। ਇਸ ਕਰਕੇ ਜਿਹੜਾ ਕਾਂਗਰਸ ਦਾ ਸਭ ਤੋਂ ਵੱਡਾ ਸਮੱਸਿਆ ਹੈਗਾ, ਉਹ ਖਾਸ ਕਰਕੇ ਜਿਹੜੀ ਕਾਂਗਰਸ ਦੇ ਲੋਕ ਹੈਗੇ ਆ, ਜਿਹੜੇ ਉਹਨੂੰ ਡਿਸੀਡੈਂਟ, ਉਹਨਾਂ ਲੱਗਦਾ ਵੀ ਅਸੀਂ ਕਿਹੜੇ ਮੂੰਹ ਨਾਲ ਲੋਕਾਂ ਕੋਲ ਜਾਵਾਂਗੇ, ਜਦੋਂ ਅਸੀਂ ਪ੍ਰੋਮਿਸ ਕੀਤਾ ਸੀਗਾ ਅਸੀਂ ਆਹ ਮੁੱਦੇ ਹੱਲ ਕਰਾਂਗੇ, ਮੁੱਦੇ ਉੱਤੇ ਖੜੇ ਆ। ਦੇਖੋ ਗਰੀਬੀ ਵੀ ਉੱਥੇ ਖੜੀ ਆ, ਬੇਰੁਜ਼ਗਾਰੀ ਵੀ ਉੱਥੇ ਖੜੀ ਆ, ਫਿਰ ਤੁਹਾਡੀ ਕਰਪਸ਼ਨ ਵੀ ਉੱਥੇ ਖੜੀ ਆ, ਡਿਵੈਲਪਮੈਂਟ ਦੀ ਗੱਲ ਇਹ ਕਹਿੰਦੇ ਸਾਡੇ ਕੋਲ ਪੈਸੇ ਨਹੀਂ ਹੈਗੇ, ਕੋਵਿਡ ਆ ਗਿਆ, ਚਲੋ ਇੱਕ ਬਹਾਨਾ ਉਹ ਮਿਲ ਗਿਆ, ਤੇ ਉਹਨਾਂ ਨੂੰ ਵੀ ਲੱਗਦਾ ਕਿਉਂਕਿ ਹੁਣ ਲੋਕੀ ਸਵਾਲ ਪੁੱਛਦੇ ਆ
ਹੁਣ ਟੇਕਨ ਫਾਰ ਗ੍ਰਾਂਟਡ ਨਹੀਂ ਹੈ ਕਿ ਆਹ ਮਹੱਲੇ ਦੇ ਸਾਰੇ ਵੋਟਾਂ ਇਹਨੂੰ ਪਾ ਦੇਣਗੇ ਜਾਂ ਇੱਕ ਟੱਬਰ ਦੇ ਸਾਰੇ ਲੋਕੀ ਵੋਟਾਂ ਨੂੰ ਪਾ ਦੇਣਗੇ। ਇੱਕ ਟੱਬਰ ਦੇ ਵਿੱਚ ਵੀ ਤਿੰਨ ਤਿੰਨ ਥਾਂ ਦਾ ਹੀ ਵੋਟਾਂ ਪਾਉਂਦੇ ਦੇਖਿਆ। ਕੁਝ ਬੰਦੇ ਉੱਪਰਲੇ ਅਕਾਲੀ ਕਾਂਗਰਸ ਨੂੰ ਪਾਉਂਦੇ ਸੀਗੇ, ਨਵੀਂ ਪੀੜ੍ਹੀ ਜਿਹੜੀ ਆਪ ਨੂੰ ਪਾਉਂਦੀ ਸੀ ਜਾਂ ਹੋਰ ਨੋਟਾਂ ਵਾਲੇ ਪਾਸੇ ਵੀ ਜਾਂਦੀ ਸੀ। ਤਾਂ ਇਹ ਤਾਂ ਕਾਂਗਰਸ ਦਾ ਮੋਟੇ ਤੌਰ ਤੇ ਆ। ਅਕਾਲੀਆਂ ਦੀ ਮੈਂ ਗੱਲ ਕੀਤੀ ਆ ਵੀ ਅਕਾਲੀਆਂ ਦੇ ਪਹਿਲੀ ਵਾਰੀ ਸੁਖਬੀਰ ਸਿੰਘ ਬਾਦਲ ਖੁਦ ਮੈਦਾਨ ਦੇ ਵਿੱਚ ਜਾ ਰਹੇ ਆ ਐਜ਼ ਏ ਪ੍ਰੈਜ਼ੀਡੈਂਟ ਦੇ ਉੱਤੇ। ਰੀਜਨਲ ਪਾਰਟੀ ਆ, ਰੀਜਨਲ ਪਾਰਟੀ ਦਾ ਐਡਵਾਂਟੇਜ ਡਿਸਐਡਵਾਂਟੇਜ ਹੁੰਦਾ ਕਿ ਸਾਰੀਆਂ ਤਾਕਤਾਂ ਤੁਹਾਡੇ ਕੋਲ ਹੁੰਦੀਆਂ, ਸਾਰੀ ਸੰਸਥਾ ਦੀਆਂ ਤਾਕਤਾਂ, ਜਿਹੜੀ ਆਰਗੇਨਾਈਜੇਸ਼ਨ ਦੀਆਂ ਤਾਕਤਾਂ ਤੁਹਾਡੇ ਕੋਲ ਹੁੰਦੀਆਂ, ਸਾਰਾ ਕੁਝ ਤੁਹਾਡੇ ਆਲੇ ਦੁਆਲੇ ਘੁੰਮਦਾ। ਪਰ ਇਸ ਆਲੇ ਦੁਆਲੇ ਘੁਮਾਉਣ ਦੇ ਵਿੱਚ ਉਸ ਬੰਦੇ ਦੀ ਜਨਰਲ ਲੀਡਰਾਂ ਦੇ ਵਿੱਚ ਜਾਂ ਆਮ ਲੋਕਾਂ 'ਚ ਐਕਸੈਪਟੇਬਿਲਿਟੀ ਕਿੰਨੀ ਹੈਗੀ ਆ, ਇਹ ਪੁਆਇੰਟ ਅਸੀਂ ਚੈੱਕ ਕਰਨਾ। ਅਸੀਂ ਪਿਛਲੀਆਂ ਚੋਣਾਂ ਦੇ ਵਿੱਚ ਵੀ ਸਵਾਲ ਪੁੱਛਦੇ ਰਹੇ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ 2007 ਤੋਂ ਬਾਅਦ ਉਸ ਤੋਂ ਬਾਅਦ ਪ੍ਰਧਾਨ ਬਣ ਗਏ ਆ, ਡਿਪਟੀ ਚੀਫ ਮਿਨਿਸਟਰ ਬਣ ਗਏ ਆ, ਔਰ ਲੱਗਦਾ ਸੀ ਕਿ ਸਾਰੇ ਤੰਤਰ ਦੇ ਵਿੱਚ ਉਹਨਾਂ ਦੀ ਬਹੁਤ ਜ਼ਿਆਦਾ ਸੇਧ ਹੁੰਦੀ ਸੀ, ਭਾਵੇਂ ਕਿ ਉਹਨਾਂ ਦੇ ਪਿਤਾ ਜੀ ਚੀਫ ਮਿਨਿਸਟਰ ਸੀਗੇ। ਪਰ ਇਹ ਸਵਾਲ ਜਦੋਂ ਅਸੀਂ ਲੋਕਾਂ ਨੂੰ ਪੁੱਛਦੇ ਸੀਗੇ ਤੇ ਸਾਨੂੰ ਬਹੁਤ ਹੀ ਜਿਹੜਾ ਬਦਲੇ ਕਿਸਮ ਦਾ ਇਦਾਂ ਦਾ ਸਵਾਲ ਮਿਲਦਾ ਸੀ ਵੀ ਐਕਸੈਪਟੈਂਸ ਦਾ ਲੈਵਲ ਲੋਕਾਂ ਦੇ ਬਹੁਤ ਘੱਟ ਸੀ। ਉਹਦਾ ਕਾਰਨ ਇਹ ਹੋ ਸਕਦਾ ਕਿ ਪਿਤਾ ਜੀ ਜਿਹੜੇ ਉਹਨਾਂ ਦੇ ਸੀਗੇ ਉਹ ਮੁੱਖ ਮੰਤਰੀ ਸੀਗੇ, ਪਰ ਈਵਨ ਦੈਨ ਜਿਹੜੇ ਆਮ ਲੋਕਾਂ ਦੇ ਨਾਲੋਂ ਕਿਉਂਕਿ ਪਰਸੈਪਸ਼ਨ ਦੇ ਲੈਵਲ ਦੇ ਉੱਤੇ ਜਿਹੜਾ ਸੀਗਾ ਉਹ ਲੋਕੀ ਜਿਹੜੇ ਇਸ ਕਿਸਮ ਦੀ ਕੋਈ ਐਕਸੈਪਟੈਂਸ ਨਹੀਂ ਸੀਗੀ। ਹੁਣ ਆ ਜੀ ਬੀਜੇਪੀ ਵਾਲੇ ਪਾਸੇ ਵੱਲ, ਬੀਜੇਪੀ ਨੂੰ ਤਾਂ ਖਾਸ ਕਰਕੇ ਇਹ ਜਿਹੜੀ ਸ਼ਹਿਰੀ ਪਾਰਟੀ ਹੈਗੀ ਇਹਨਾਂ ਦਾ ਏਜੰਡਾ ਤੁਹਾਨੂੰ ਪਤਾ ਸਾਡਾ ਕਿ ਡਿਵੀਜ਼ਨ ਏਜੰਡਾ ਹੈ। ਇਹ ਧਰਮ ਦੇ ਨਾਂ ਤੇ ਰਾਜਨੀਤੀ ਕਰਦੀ ਹੈ। ਚੰਗੀ ਫਾਰਚੂਨੇਟ ਸਾਡੀ ਪਾਰਟੀ ਹੈਗਾ ਕਿ ਪੰਜਾਬ ਦੇ ਵਿੱਚ ਜਾਤ ਤਾਂ ਥੋੜਾ ਬਹੁਤਾ ਕੰਮ ਕਰਦੀ ਆ, ਧਰਮ ਵੀ ਹੈਗਾ, ਪਰ ਧਰਮ ਜਿਹੜਾ ਹੈਗਾ ਉਹ ਕਮਿਊਨਲ ਪੋਲਰਾਈਜੇਸ਼ਨ ਕਰਨੀ ਬਹੁਤ ਮੁਸ਼ਕਿਲ ਆ, ਉਹ ਹੁੰਦੀ ਨਹੀਂ ਹੈ। ਇਸ ਕਰਕੇ ਬੀਜੇਪੀ ਦਾ ਉਹ ਏਜੰਡਾ, ਕਿਉਂਕਿ ਸਾਡੇ ਜਿਹੜੇ ਸ਼ਹਿਰਾਂ 'ਚ ਰਹਿਣ ਵਾਲੇ ਭਰਾ ਤੁਸੀਂ ਦੇਖਿਆ ਬੀਜੇਪੀ ਦੇ ਦੋ ਲੀਡਰ ਜਿਹੜੇ ਮਾਝੇ ਦੇ ਹੈਗੇ ਬਸ ਮੋਹਨ ਲਾਲ ਜੀ ਆ ਤੇ ਜਿਹੜੇ ਇੱਥੋਂ ਸੀ ਆਪਣੇ ਜੋਸ਼ੀ ਸੀ, ਇਹਨਾਂ ਨੇ ਬਲਾਸਟ ਕਰਤਾ, ਮਤਲਬ ਰਿਵੋਲਟ ਕਰਤਾ ਉਹਨਾਂ ਦੇ ਖਿਲਾਫ। ਸਾਡਾ ਜਿਹੜਾ ਸਾਡੇ ਜਿਹੜੀ ਬੇਸਿਕਲੀ ਯਾਨੀ ਕਿ ਨਾ ਇਥੋਸ ਜਿਹੜੀ ਹੈਗੀ ਆ ਪੰਜਾਬ ਦੇ ਪੰਜਾਬੀ ਦੀ, ਉਹਦੇ ਵਿੱਚ ਸੈਕੂਲਰਿਜ਼ਮ ਉਦਾਂ ਨਹੀਂ ਦੇਖਦਾ ਜਿੱਦਾਂ ਆਮ ਤਰੀਕੇ ਨਾਲ ਦੇਖਦੇ ਆ, ਉਹ 'ਚ ਸਾਂਝ ਹੈ, ਭਾਈਚਾਰਕ ਸਾਂਝ ਹੈਗੀ ਆ। ਇਸ ਕਰਕੇ ਹਾਂ ਇਹ ਜ਼ਰੂਰ ਸੀਗਾ ਕਿ ਜੇ ਇਹ ਰੌਲਾ ਨਾ ਪੈਂਦਾ, ਕੋਵਿਡ ਨਾ ਆਉਂਦਾ, ਅਕਾਲੀ ਦਲ ਜਿਹੜੀ ਹੈਗੀ ਬੀਜੇਪੀ ਨੇ ਬਾਹਰ ਨਿਕਲਣਾ ਸੀਗਾ, ਕਿਉਂਕਿ ਬੀਜੇਪੀ ਲੰਮੇ ਸਮੇਂ ਤੋਂ ਅਕਾਲੀ ਦਲ ਦੀ ਧੌਣ ਦੇ ਉੱਤੇ ਗੋਡਾ ਦੇ ਰਹੀ ਸੀਗੀ ਜਾਂ ਸਾਡੀਆਂ 23 ਤੋਂ ਸੀਟਾਂ ਵਧਾਓ, ਨਹੀਂ ਤੇ ਅਸੀਂ ਇੰਡੀਪੈਂਡੈਂਟ ਜਿਹੜਾ ਹੋਣਾ। ਜੇ ਕਿਸਾਨਾਂ ਦੇ ਕਾਨੂੰਨ ਨਾ ਬਣਦੇ, ਅਕਾਲੀ ਦਲ ਨੇ ਉੱਥੋਂ ਸੈਂਟਰ ਚੋਂ ਨਹੀਂ ਸੀ ਛੱਡਣਾ ਤੇ ਇਹਨਾਂ ਨੂੰ ਬਾਰਗੇਨਿੰਗ ਕਰਨੀ ਪੈਣੀ ਸੀ, ਰੀਡਿਸਟ੍ਰੀਬਿਊਸ਼ਨ ਵੋਟਾਂ ਦੀ ਹੋਣੀ ਸੀਗੀ। ਆਪਾਂ ਨੂੰ ਵੀ ਪਤਾ ਕਿ ਮੇਰੇ ਲੰਮੇ ਸਮੇਂ ਤੋਂ ਬੀਜੇਪੀ ਵਾਲੇ ਪਾਸੇ ਬਹੁਤ ਲੋਕ ਜਾ ਰਹੇ ਸੀਗੇ, ਮਤਲਬ ਤੁਸੀਂ ਦੇਖੋ ਨਾ ਪੀਸੈਂਟਰੀ ਵਾਲੇ ਲੋਕ ਵੀ ਬੀਜੇਪੀ ਵਾਲੇ ਪਾਸੇ ਤੁਰ ਗਏ ਸੀਗੇ, ਸ਼ਹਿਰਾਂ ਵਾਲੇ ਲੋਕ ਤੁਰ ਪਏ ਸੀ, ਆਮ ਲੋਕ ਸੋਚਣ ਲੱਗੇ ਸੀ ਵੀ ਸਾਨੂੰ ਇੱਕ ਆਲਟਰਨੇਟਿਵ ਮਿਲ ਜੂਗਾ। ਪਰ ਕਿਉਂਕਿ ਹੁਣ ਜੋ ਹਾਲ ਬੀਜੇਪੀ ਦਾ ਬੰਗਾਲ ਦੇ ਵਿੱਚ ਹੋਇਆ, ਜੋ ਹਾਲ ਬੀਜੇਪੀ ਨੇ ਦੇਸ਼ ਦੇ ਲੋਕਾਂ ਦਾ ਕੀਤਾ, ਜਾਂ ਜਿਸ ਤਰੀਕੇ ਦੀ ਲੀਡਰਸ਼ਿਪ ਇਹਨਾਂ ਦੀ ਹੈਗੀ ਉੱਤੋਂ ਲੈ ਕੇ ਥੱਲੇ ਤੱਕ, ਇਸ ਕਰਕੇ ਇਹਨਾਂ ਜਾਂ ਜਿਸ ਤਰੀਕੇ ਦਾ ਪਹਿਲੇ ਸਮੇਂ ਤੋਂ ਕਿਸਾਨਾਂ ਨੇ ਇਹਨਾਂ ਦਾ ਘਰੋਂ ਨਿਕਲਣਾ ਬੰਦ ਕੀਤਾ, ਜਾਂ ਜਿਸ ਤਰੀਕੇ ਨਾਲ ਇਹ ਹਾਲ ਇਹਨਾਂ ਦਾ ਮਿਊਨਿਸਪਲ ਕਮੇਟੀਆਂ ਕਾਰਪੋਰੇਸ਼ਨ ਦੇ ਵਿੱਚ ਹੋਇਆ, ਇਸ ਕਰਕੇ ਲੀਡਰਸ਼ਿਪ ਕੋਈ ਆ ਜਾਵੇ, ਇਹਨਾਂ ਦਾ ਕੋਈ ਬਹੁਤ ਵੱਡਾ ਜਿਹੜਾ ਉਸ ਤਰੀਕੇ ਦੇ ਨਾਲ ਚੈਲੰਜ ਨਹੀਂ ਬਣਦਾ। ਹੁਣ ਇੱਕ ਸਵਾਲ ਹੈ ਕਿ ਆਮ ਆਦਮੀ ਪਾਰਟੀ ਜੀ, ਆਮ ਆਦਮੀ ਪਾਰਟੀ ਜਿਹੜੀ ਹੈਗੀ 14 ਦੇ ਵਿੱਚ ਬਹੁਤ ਰਾਈਸ ਹੋਈ ਸੀਗੀ, 25% ਵੋਟ ਸ਼ੇਅਰ ਮਿਲ ਗਿਆ ਸੀਗਾ, ਇੱਕ ਵਾਰੀ ਲੋਕਾਂ ਦੀ ਇਮੈਜੀਨੇਸ਼ਨ ਦਾ ਹਿੱਸਾ ਬਣੀ ਸੀਗੀ। ਪਰ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਦਿੱਲੀ ਦਰਬਾਰ ਹੈਗਾ ਜਿਹੜਾ ਆਲ ਇਨ ਆਲ ਪਾਰਟੀ ਨਹੀਂ ਹੈ, ਇਹ ਬੇਸਿਕਲੀ ਜਿੱਦਾਂ ਕਲੱਬ ਚਲਾਈ ਜਾਂਦੀ ਹੈ ਨਾ, ਮੈਂ ਕਹਿਣਾ ਚਾਹੁੰਦਾ ਵਾਂ ਇਹ ਉਦਾਂ ਚਲਾਈ ਜਾ ਰਹੀ ਆ। ਇਹ ਸਨ ਸਾਡੇ ਨਾਲ ਡਾਕਟਰ ਜਗਰੂਪ ਸਿੰਘ, ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਸੱਜਰਾ ਗੱਠਜੋੜ ਹੋਇਆ ਸੂਬੇ ਦੇ ਅੰਦਰ ਬੀਐਸਪੀ ਤੇ ਅਕਾਲੀ ਦਲ ਦੇ ਦਰਮਿਆਨ, ਉਹ ਕੋਈ ਬਹੁਤਾ ਅਸਰ ਨਹੀਂ ਵਿਖਾ ਸਕਦਾ। ਡਾਕਟਰ ਜਗਰੂਪ ਸਿੰਘ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ, ਤੁਸੀਂ ਜਗਬਾਣੀ ਲਈ ਸਮਾਂ ਦਿੱਤਾ।